ਪੰਜਵਾ। ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੌਣ ਰਾਗ ਦੇ ਵਿੱਚ ਸ਼ੋਭਾਮਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਭਵ ਸਾਗਰ ਬੋਹਿਤ ਹਰ ਚਰਨ। ਇਹ ਭਾਈ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਪਰਮੇਸ਼ਰ ਦੇ ਚਰਨ ਜਹਾਜ਼ ਦੀ ਤਰ੍ਹਾਂ ਹਨ। ਵਾਹਿਗੁਰੂ ਨਾਮ ਜਹਾਜ਼ ਹੈ। ਇਹ ਨਾਮ ਰੂਪੀ ਚਰਨ ਹਨ ਜੋ ਵਾਹਿਗੁਰੂ ਨਾਮ ਹੈ। ਚਿਤ ਚਰਨ ਨਾਮ ਇਹੀ ਮਹਾਰਾਜ ਦੇ ਚਰਨ ਹਨ। ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ। ਜੋ ਸਰਦਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਰ। ਇਸ ਲਈ ਵਾਹਿਗੁਰੂ ਨਾਮ ਰੂਪ ਚਰਨਾਂ ਦਾ ਬਾਣੀ ਰੂਪ ਚਰਨਾਂ ਦਾ ਧਿਆਨ ਕਰਨਾ ਕਰੋ ਜੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬਿਲਡਿੰਗ ਪ੍ਰਤੱਖ ਜਹਾਜ਼ ਦੇ ਨਕਸ਼ੇ ਵਰਗੀ ਹੈ। ਅਗਲੇ ਪਾਸਿਓਂ ਹਰ ਕੀ ਪੌੜੀ ਵੱਲੋਂ ਥੋੜ੍ਹੀ ਘੱਟ ਹੈ। ਪਿਛਲੇ ਪਾਸੇ ਪ੍ਰਵੇਸ਼ ਦੁਆਰ ਉਹ ਚੌੜੀ ਕੰਧ ਹੈ, ਲੰਬਾਈ ਵਿੱਚ ਲੰਬੀ ਹੈ। ਇੰਜ ਸੋ ਪ੍ਰਤੱਖ ਮਹਾਰਾਜ ਨੇ ਸਰੋਵਰ ਦੇ ਵਿੱਚ ਸੱਚਖੰਡ ਹਰਿਮੰਦਰ ਸਾਹਿਬ ਦੀ ਬਿਲਡਿੰਗ ਬਣਾ ਕੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭਾਵਨ ਪ੍ਰਕਾਸ਼ ਕਰਕੇ ਤੇ 8 ਪੈਰ ਕੀਰਤਨ ਚਲਾ ਕੇ ਇਹ ਜਣਾਇਆ ਹੈ ਕਿ ਇਸ ਸੰਸਾਰ ਰੂਪ ਸਰੋਵਰ ਦੇ ਵਿੱਚੋਂ, ਸਮੁੰਦਰ ਦੇ ਵਿੱਚੋਂ, ਜਲ ਦੇ ਵਿੱਚੋਂ ਜੇ ਤੁਸੀਂ ਤਰਨਾ ਚਾਹੁੰਦੇ ਹੋ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲੱਗੋ ਅਤੇ ਬਾਣੀ ਦਾ ਕੀਰਤਨ ਸਰਵਣ ਕਰੋ। ਵਾਹਿਗੁਰੂ ਨਾਮ ਦੇ ਵਿੱਚ ਚਿੱਤ ਜੋੜੋ। ਸਿਮਰਤ ਨਾਮ ਨਹੀਂ ਫਿਰ ਮਰਨ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਜੋ ਪਰਮੇਸ਼ਰ ਦੇ ਨਾਮ ਨੂੰ ਚੇਤੇ ਕਰਦਾ ਸਿਮਰਦਾ ਹੈ ਉਹ ਮੁੜ ਮਰਦਾ ਨਹੀਂ ਹੈ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਮਰਨੋ ਮਰਨ ਕਹੈ ਸਭ ਕੋਈ, ਸਹਿਜੇ ਮਰੈ ਅਮਰ ਹੋਏ ਸੋਈ। ਮੁੜ ਉਸਦਾ ਮਰਨਾ ਨਹੀਂ ਹੁੰਦਾ ਹੈ। ਹਰ ਗੁਣ ਰਮਤ ਨਹੀਂ ਜਮ ਪੰਥ। ਜੋ ਹਰੀ ਪਰਮੇਸ਼ਰ ਦੇ ਜਸ ਰੂਪ ਗੁਣਾਂ ਨੂੰ ਉਚਾਰਨ ਕਰਦਾ ਉਹਨੂੰ ਯਮਦੂਤਾਂ ਦੇ ਰਸਤੇ 'ਤੇ ਜਾਣਾ ਨਹੀਂ ਪਵੇਗਾ। ਦੂਰ ਰਹੀ ਉਹ ਜਨ ਤੇ ਬਾੜ। ਸੋ ਉਹ ਜਿਹੜਾ ਯਮਾਂ ਦਾ ਰਸਤਾ ਹੈ ਮਹਾਂਪੁਰਖਾਂ ਸੇਵਕਾਂ ਤੋਂ ਦੂਰ ਰਹਿੰਦਾ ਹੈ। ਮਹਾਂ ਵਿਚਾਰ ਪੰਜ ਦੂਤਾ ਮੰਥ। ਸਭ ਤੋਂ ਵੱਡੇ ਸ੍ਰੇਸ਼ਟ ਆਤਮ ਵਿਚਾਰ ਦੇ ਕਰਨ ਵਾਲਾ ਪੁਰਖ ਅਪਰੋਹ ਗਿਆਨ ਹੋਣ ਕਾਰਨ 5 ਕਾਮ ਕ੍ਰੋਧ ਆਦਿਕ ਦੂਤਾਂ ਨੂੰ ਮੰਥਨ ਭਾਵ ਨਿਵਰਤ ਕਰ ਲੈਂਦਾ ਹੈ। ਤੋ ਸਰਣਾਈ ਪੂਰਨ ਨਾਥ। ਇਹ ਸਾਰੇ ਥਾਵਾਂ ਦੇ ਵਿੱਚ ਵਿਆਪਕ ਸਰਬ ਕੇ ਸੁਆਮੀ ਪਰਮੇਸ਼ਰ ਮੈਂ ਤੇਰੀ ਓਟ ਵਿੱਚ ਆਇਆ ਹਾਂ। ਜੰਤ ਆਪਣੇ ਕਉ ਦੀਜੈ ਹਾਥ। ਮੈਨੂੰ ਆਪਦੇ ਤੁਸ਼ ਜੀਵ ਨੂੰ ਕਿਰਪਾ ਰੂਪ ਹੱਥ ਦੇ ਕੇ ਰੱਖ ਲੈਣਾ ਕਰ। ਰੱਖੋ ਰੱਖੋ ਕਿਰਪਾ ਧਾਰ ਤੇਰੀ ਸਰਣ ਤੇਰਾ ਦਰਬਾਰ। ਰਹਾਉ ਭਾਵ ਆਪਣਾ ਆਸਰਾ ਦੇਣਾ ਕਰੋ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸਿਮਰਤ ਸ਼ਾਸਤਰ ਵੇਦ ਪੁਰਾਣ। 27 ਸਿਮਰਤੀਆਂ 6 ਸ਼ਾਸਤਰ 4 ਵੇਦ ਅਤੇ 18 ਪੁਰਾਣ ਆਦਿਕ ਜਿੰਨੇ ਵੀ ਇਹ ਸਾਰੇ ਧਾਰਮਿਕ ਗ੍ਰੰਥ ਹਨ। ਪਾਰ ਬ੍ਰਹਮ ਕਾ ਕਰਹਿ ਬਖਿਆਣ। ਇਹ ਸਾਰੇ ਦੇ ਸਾਰੇ ਪਰਮੇਸ਼ਰ ਦਾ ਜਸ ਹੀ ਉਚਾਰਨ ਕਰਦੇ ਹਨ। ਇਸ ਲਈ ਇਹ ਪੁਰਖਾ ਇਸ ਮਨੁੱਖਾ ਜਨਮ ਦੇ ਵਿੱਚ
ਉਸ ਵਾਹਿਗੁਰੂ ਦੀ ਪ੍ਰਾਪਤੀ ਕਰ। ਉਸ ਪਰਮੇਸ਼ਰ ਨੂੰ ਕਿਵੇਂ ਪ੍ਰਾਪਤ ਕਰਾਂ ਮਹਾਰਾਜ? ਤਾਂ ਸਾਹਿਬ ਉੱਤਰ ਬਖਸ਼ਦੇ ਨੇ ਇਸੇ ਤਰ੍ਹਾਂ। ਸਿਮਰਤ ਸ਼ਾਸਤਰ ਵੇਦ ਪੁਰਾਣ, ਕਿ ਉਸ ਪਰਮੇਸ਼ਰ ਨੂੰ ਸਿਮਰਿਆ ਕਰ। ਸ਼ਾਸਤਰ ਉਸ ਸਤ ਸਰੂਪ ਪਰਮੇਸ਼ਰ ਦੀ ਆਗਿਆ ਮੰਨਿਆ ਕਰ। ਗੁਰਾਂ ਦੁਆਰਾ ਪੁਰਾਤਨ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਵੇਦ ਗਿਆਨ ਨੂੰ ਜਾਣਨਾ ਕਰ। ਪਾਰ ਬ੍ਰਹਮ ਕਾ ਕਰਹਿ ਵਖਿਆਣ, ਕਿਉਂ ਉਸ ਪਰਮੇਸ਼ਰ ਦਾ ਕਥਨ ਕਰਿਆ ਕਰ। ਵਖਿਆਣ ਕਥਾ ਕਰਿਆ ਕਰ, ਫਿਰ ਤੈਨੂੰ ਉਸ ਦੀ ਪ੍ਰਾਪਤੀ ਹੋ ਜਾਏਗੀ। ਕਹਿਣ ਦਾ ਭਾਵ ਇਹ ਹੈ ਕਿ ਜਦੋਂ ਵੀ ਗੱਲਬਾਤ ਕਰਨੀ ਹੈ, ਕਿਸੇ ਦੀ ਨਿੰਦਿਆ, ਕਿਸੇ ਦੀ ਚੁਗਲੀ, ਕੋਈ ਈਰਖਾ, ਦਵੈਸ਼, ਵੈਰ ਵਿਰੋਧ ਜਾਂ ਫਜ਼ੂਲ ਦੀਆਂ ਗੱਲਾਂ ਮਾਰਨ ਦੀ ਤਰ੍ਹਾਂ ਬਜਾਏ, ਸੋ ਜ਼ਰੂਰੀ ਨਹੀਂ ਵੀ ਆਪਾਂ ਸਟੇਜ 'ਤੇ ਹੀ ਗੁਰਬਾਣੀ ਨੂੰ ਵਿਚਾਰਨਾ। ਇੱਕ ਦੂਜੇ ਨਾਲ ਬੈਠ ਕੇ ਵੀ ਆਪਾਂ ਗੁਰਮਤਿ ਦੀ ਵਿਚਾਰ ਕਰ ਸਕਦੇ ਹਾਂ। ਗੁਰਬਾਣੀ ਦੇ ਆਧਾਰਿਤ ਤੂੰ ਮਹਾਰਾਜ ਦਾ ਵਖਿਆਣ, ਉਹਦਾ ਕਥਨ ਕਰਿਆ ਕਰ। ਜਿੱਥੇ ਬੈਠੋ ਅਗਲੇ ਦੀ ਗੱਲ ਘੱਟ ਸੁਣੋ, ਆਪ ਦੀ ਜ਼ਿਆਦਾ ਸੁਣਾਓ, ਅਤੇ ਆਪਣੀ ਨਹੀਂ ਗੁਰਮਤਿ ਦੀ ਸੁਣਾਓ। ਜੋ ਆਪਨੇ ਗੁਰੂ ਘਰੋਂ ਸੁਣਿਆ ਹੈ, ਕੋਈ ਸਾਖੀ ਹੈ, ਕੋਈ ਪ੍ਰਮਾਣ ਹੈ, ਕੁਝ ਵੀ ਆਪਦੇ ਮਨ ਨੂੰ ਟਾਂਚ ਕਰ ਗਿਆ, ਉਹ ਕਿਸੇ ਦੂਸਰੇ ਨਾਲ ਸਾਂਝੀ ਕਰੋ। ਸੋ ਇੰਜ ਮਹਾਰਾਜ ਦੀ ਮਰਜ਼ਾਦਾ ਦੇ ਮੁਤਾਬਕ ਅੰਮ੍ਰਿਤ ਦੀ ਗੱਲ, ਗੁਰੂ ਮਹਾਰਾਜ ਦੀ ਬਾਣੀ ਦੀ ਗੱਲ, ਸੱਚੇ ਪਾਤਸ਼ਾਹ ਜੀ ਦੀ ਵਿਚਾਰ ਦੀ ਗੱਲ, ਸੋ ਜੋ ਵੀ ਕੋਈ ਮੇਲ ਮਿਲਾਪੀ ਵਾਲਾ ਉਹਦੇ ਪਾਸ ਸਾਂਝੀ ਕਰੋ, ਤਾਂ ਕਿ ਸੰਗਤ ਬਣ ਜਾਏ। ਇੱਕ ਸਿੱਖ ਦੋਏ ਸਾਧ ਸੰਗ। ਤੋ ਇਸ ਲਈ ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਜੇ ਕੋਈ ਦੁਨਿਆਵੀ ਗੱਲ ਕਰਦਾ ਤਾਂ ਤੂੰ ਵਾਹਿਗੁਰੂ ਦੀ ਕਥਾ ਕਰ, ਮਹਾਰਾਜ ਦਾ ਨਾਮ ਕਥਨ ਕਰਿਆ ਕਰ। ਜੋਗੀ ਜਤੀ ਬੈਸਨੋ ਰਾਮਦਾਸ, ਯੋਗ ਮਤ ਨੂੰ ਧਾਰਨ ਵਾਲੇ ਪੁਰਖ ਜੋਗੀ, ਜਤੀ ਜਤ ਰੱਖਣ ਵਾਲੇ ਪੁਰਖ, ਵੈਸ਼ਨੋ ਵਿਸ਼ਨੂੰ ਦੇ ਉਪਾਸ਼ਕ ਜਾਂ ਵੈਸ਼ਨਵ ਸਾਧੂ, ਤੇ ਰਾਮਦਾਸ ਇੱਕ ਭੇਖ ਦਾ ਨਾਮ ਹੈ। ਰਾਮਦਾਸੀਏ ਭੇਖ ਵਾਲੇ ਜਾਂ ਪੈਰਾਂ ਵਿੱਚ ਘੁੰਗਰੂ ਪਾ ਕੇ ਨੱਚਣ ਵਾਲੇ ਵੈਰਾਗੀ ਸਾਧੂ ਆਦਿਕ। ਦੱਖਣ ਦੇਸ਼ ਵਿੱਚ ਇੱਕ ਪ੍ਰਸਿੱਧ ਮਹਾਤਮਾ ਰਾਮਦਾਸ ਜੀ ਹੋਏ ਨੇ, ਜੋ ਰਾਜੇ ਸ਼ਿਵਾਜੀ ਮਰਹੱਟਾ ਦੇ ਗੁਰੂ ਸਨ। ਉਹਨਾਂ ਦੀ ਸੰਪਰਦਾ ਵਾਲੇ ਸਾਧੂ ਰਾਮਦਾਸ ਜਾਂ ਰਾਮਦਾਸੀ ਭੇਖ ਵਾਲੇ ਕਹਾਉਂਦੇ ਹਨ। ਮਿਤ ਨਾਹੀ ਬ੍ਰਹਮ ਅਬਨਾਸ, ਸਾਰੇ ਹੀ ਨਾਸ਼ ਤੋਂ ਰਹਿਤ ਪਰਮੇਸ਼ਰ ਦੀ ਪ੍ਰਾਪਤੀ ਉਹ ਮਰਜ਼ਾਦਾ ਨੂੰ ਜਾਣ ਨਹੀਂ ਸਕੇ ਅਜੇ ਤੱਕ। ਖੱਲੜੀ ਖੱਪਰੀ ਲੱਕੜੀ ਚਮੜੀ ਤੇ ਸਿਖਾ ਸੂਦ ਧੋਤੀ ਕੀਨੀ, ਤੂੰ ਸਾਹਿਬ ਹੋ ਸਾਂਗੀ ਤੇਰਾ, ਪਰਣ ਮੈਂ ਨਾਨਕ ਜਾਤ ਕੈਸੀ। ਇਹ ਪਾਵਨ ਸ਼ਬਦ ਦੇ ਵਿੱਚ ਇਹੀ ਮਹਾਰਾਜ ਨੇ ਸਿਧਾਂਤ ਦਿੱਤਾ ਕਿ ਜਿੰਨੇ ਵੀ ਭੇਖਾਧਾਰੀ ਨੇ ਉਹ ਅੱਜ ਤੱਕ ਵਾਹਿਗੁਰੂ ਨੂੰ ਜਾਣ ਨਹੀਂ ਸਕੇ। ਤੇ ਤੇਰੇ ਰੂਪ ਅਨੇਕਾਂ, ਕਹਿਣ ਨਾ ਜਾਹੀ ਤੇਰੇ ਗੁਣ ਕੀਤੇ। ਤੇ ਹੇ ਵਾਹਿਗੁਰੂ, ਦਰਸ਼ਨਾਂ ਦੇ ਤਾਈਂ ਤੇ ਕੀਤੇ ਭੇਖ ਕੀਏ। ਕਿੰਨਿਆਂ ਨੇ ਲਿਬਾਸ ਧਾਰੇ ਨੇ ਆਪ ਦੇ ਦਰਸ਼ਨਾਂ ਵਾਸਤੇ, ਪਰ ਅੱਜ ਤੱਕ ਤੇਰਾ ਕੋਈ ਅੰਤ ਨਹੀਂ ਪਾ ਸਕਿਆ। ਇਹਨਾਂ ਕੋਲੋਂ ਵੀ ਨਾਸ਼ ਤੋਂ ਰਹਿਤ ਪਰਮੇਸ਼ਰ ਦੀ ਨਿਤ ਮਰਜ਼ਾਦਾ ਜਾਣੀ ਨਹੀਂ ਜਾ ਸਕਦੀ ਹੈ। ਤੇਰੇ ਤੋ ਸਾਹਿਬ ਕਾ ਸਾਹਿਬਾ, ਇਸ ਤਰ੍ਹਾਂ ਮਹਾਰਾਜ ਦਾ ਬਚਨ ਹੈ। ਤੋ ਕਾਰਨ ਸਾਹਿਬਾ ਰੰਗ ਰਤੇ, ਤੇਰੇ ਰੂਪ ਅਨੇਕਾਂ, ਨਾਮ ਅਨੰਤਾ, ਕਹਿ ਨਾ ਜਾਹੀ ਤੇਰੇ ਗੁਣ ਕੀਤੇ। ਤੇਰੀ ਪ੍ਰਾਪਤੀ ਦੇ ਵਾਸਤੇ ਕਈ ਜੋਗੀ ਬਣ ਗਏ ਵਿਚਾਰੇ। ਗੋਪੀਨਾਥ, ਭੰਗਰਨਾਥ, ਇਹ ਵੇਖੋ ਭਗੀਰਥ ਜੀ, ਬੜੇ ਬੜੇ ਰਾਜੇ ਸੀਗੇ। ਇਹਨਾਂ ਰਾਜ ਭਾਗ ਛੱਡਤਾ ਤੇਰੇ ਦਰਸ਼ਨਾਂ ਲਈ, ਪਰ ਮਿਲਿਆ ਮੁਲਿਆ ਕੁਛ ਵੀ ਨਹੀਂ।
ਸਤਿਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਤਾਂ ਇਹਨਾਂ ਤੇ ਬਖਸ਼ਿਸ਼ ਹੋਈ। ਕਿੰਨੇ ਹੀ ਵੈਰਾਗੀ ਸਾਧੂ ਬਣ ਗਏ, ਰਾਮਾਨੰਦ ਜੀ ਵਰਗੇ। ਇਸੇ ਤਰ੍ਹਾਂ ਕਿੰਨੇ ਜਤੀ ਬਣ ਗਏ, ਭੈਰੋਨਾਥ ਵਰਗੇ, ਲਛਮਣ ਵਰਗੇ। ਇਸੇ ਤਰ੍ਹਾਂ ਦੱਤਾਤਰੇ ਵਰਗੇ ਕਈ ਸੰਨਿਆਸੀ ਬਣ ਗਏ, ਪਰ ਵਾਹਿਗੁਰੂ ਦਾ ਅੰਤ ਕੋਈ ਜਾਣ ਨਹੀਂ ਸਕਿਆ। ਮਹਾਰਾਜ ਤੇਰੀ ਮਰਜ਼ਾਦਾ ਨੂੰ ਗੁਰੂ ਤੋਂ ਬਗੈਰ ਕੋਈ ਨਹੀਂ ਜਾਣ ਸਕਿਆ। ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰ ਸੂਰਾ। ਕਾਰਨ ਪਲਾਹ ਕਰੈ ਸਿਵ ਦੇਵ। ਮਹੇਸ਼ ਸ਼ਿਵ ਜੀ ਤੇ 33 ਕਰੋੜ ਦੇਵਤੇ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਕਰਨ ਕੀਰਨੇ ਪਾਉਂਦੇ ਨੇ ਭਲਾ, ਪਰ ਯਤਨ ਬਥੇਰੇ ਕਰਦੇ ਹਨ। ਤਿਲ ਨਹੀਂ ਬੂਝਹਿ ਅਲਖ ਅਪੇਵ। ਪਰ ਉਸ ਅਸ਼ੁੱਧ ਮਨ ਕਰਕੇ ਲਖਣ ਤੋਂ ਰਹਿਤ ਤੇ ਗੁਰਾਂ ਤੋਂ ਬਗੈਰ ਭੇਦ ਪਾਉਣ ਤੋਂ ਰਹਿਤ ਪਰਮੇਸ਼ਰ ਨੂੰ ਤਿਲ ਮਾਤਰ ਭਾਵ ਥੋੜਾ ਜਿਹਾ ਵੀ ਬੁੱਝਦੇ ਨਹੀਂ ਹਨ। ਅੰਤ ਨਾ ਅੰਤ ਸਦਾ ਬੇਅੰਤ, ਕਹੋ ਨਾਨਕ ਊਚੋ ਊਚਾ। ਪ੍ਰੇਮ ਭਗਤ ਜਿਸ ਆਪੇ ਦੇ। ਸਤਿਗੁਰੂ ਜੀ ਇਹ ਕਹਿਣ ਦਾ ਯਤਨ ਕਰ ਰਹੇ ਨੇ ਕਿ ਜੋਗੀ ਬਣ ਕੇ, ਜਪੀ ਤਪੀ ਬਣ ਕੇ, ਜਤ ਸਤ ਰੱਖ ਕੇ ਵੀ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜਿਹਨੂੰ ਵਾਹਿਗੁਰੂ ਆਪ ਗੁਰਾਂ ਦੁਆਰਾ ਆਪਣੀ ਪ੍ਰੇਮਾ ਭਗਤੀ ਕਰਨ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ। ਜਗ ਮਹਿ ਵਿਰਲੇ ਕੇਈ ਕੇ। ਉਹੀ ਕਬੀਰ ਜੀ ਵਰਗਾ ਭਗਤ ਤੇ ਨਾਮ ਦੀ ਦੇਵ ਜੀ ਵਰਗਾ ਸੰਤ, ਰਵਿਦਾਸ ਜੀ ਵਰਗਾ ਜੋ ਪ੍ਰੇਮੀ, ਉਹੀ ਵਾਹਿਗੁਰੂ ਨੂੰ ਪਾ ਸਕਦਾ। ਸਾਚ ਕਹੋ ਸੁਨ ਲੇਹੋ ਸਭ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਰ ਭਗਤੀ ਕਰਨੀ ਕੋਈ ਆਮ ਬਾਤ ਨਹੀਂ। ਕੋਈ ਬਿਰਲਾ ਬਿਰਲਾ ਟਾਵਾਂ ਟਾਵਾਂ ਪੁਰਖ ਜਗਤ ਦੇ ਵਿੱਚ ਹੈ ਜਿਹੜਾ ਪ੍ਰੇਮਾ ਭਗਤੀ ਕਰਦਾ। ਬਾਕੀ ਤਾਂ ਕੋ ਬਤਾਨ ਕੋ ਪੂਜਤ ਹੈ ਪਸ। ਕੋਈ ਪਸ਼ੂ, ਕੋਈ ਡੰਗਰ ਬੁੱਤਾਂ ਦੀ ਪੂਜਾ ਕਰੀ ਜਾ ਰਿਹਾ ਹੈ। ਕੋ ਮਿਰਤਾਨ ਕੋ ਪੂਜਨ ਧਾਇਓ, ਕੋਈ ਮਰਿਆ ਨੂੰ ਪੂਜਣ ਵਾਸਤੇ ਤੁਰਿਆ ਫਿਰਦਾ ਹੈ। ਕੂਰ ਕਿਰਿਆ ਉਰਜਿਓ ਸਭ ਹੀ ਜਗ। ਆਪਣਾ ਸਾਰਾ ਜ਼ੋਰ ਮਰਿਆਂ ਦੀ ਪੂਜਾ ਤੇ ਪੱਥਰ ਦੀ ਪੂਜਾ ਤੇ ਦੁਨੀਆ ਲਾ ਰਹੀ ਹੈ। ਨਾਮ ਨਹੀਂ ਕੋਈ ਜਪਦਾ, ਕੋਈ ਰਾਜੀ ਹੋਈ ਨਹੀਂ ਨਾਮ ਜਪ ਕੇ। ਕੂਰ ਕਿਰਿਆ ਉਰਜਿਓ ਸਭ ਹੀ ਜਗ। ਸਭ ਫਜ਼ੂਲ ਦੀ ਕਿਰਿਆ ਦੇ ਵਿੱਚ ਜਗਤ ਉਲਝਿਆ ਫਸਿਆ ਪਿਆ ਹੈ। ਤੇ ਕੂਰ ਕਿਰਿਆ ਉਰਜਿਓ ਸਭ ਹੀ ਜਗ। ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸ੍ਰੀ ਭਗਵਾਨ ਦਾ ਭੇਦ ਅੱਜ ਤੱਕ ਕਿਸੇ ਨਹੀਂ ਪਾਇਆ ਗੁਰੂ ਤੋਂ ਬਗੈਰ, ਕਿ ਵਾਹਿਗੁਰੂ ਪ੍ਰੇਮਾ ਭਗਤੀ ਨਾਲ ਮਿਲਦਾ ਹੈ। ਜਗ ਮੈਂ ਉੱਤਮ ਕਾਢੀਐ ਬਿਰਲੇ ਕੇਈ ਕੇ। ਉਹ ਬਿਰਲੇ ਹੀ ਮਹਾਂਪੁਰਖ ਨੇ ਜਗਤ ਦੇ ਵਿੱਚ ਜਿਹੜੇ ਭਗਤੀ ਕਰਦੇ ਨੇ। ਕਹੋ ਕਬੀਰ ਭਗਤ ਕਰ ਪਾਇਆ। ਕਬੀਰ ਜੀ ਕਹਿੰਦੇ ਨੇ ਕਿ ਭਗਤੀ ਕਰਕੇ ਵਾਹਿਗੁਰੂ ਜੀ ਨੂੰ ਪਾਇਆ ਹੈ। ਜੇ ਪੱਥਰ ਦੀ ਪੂਜਾ ਨਾਲ ਰੱਬ ਮਿਲਦਾ ਹੁੰਦਾ ਤੇ ਤਰਲੋਚਨ ਬ੍ਰਹਮਣ ਨੂੰ ਮਿਲ ਜਾਣਾ ਸੀਗਾ, ਕਿਉਂਕਿ ਉਹ ਵੀ ਤਾਂ ਠਾਕੁਰ ਦੀ ਪੂਜਾ ਕਰਦਾ ਸੀ। ਇੰਜ ਧੰਨੇ ਨੇ ਇਕੱਲਾ ਪੱਥਰ ਨੂੰ ਪੂਜ ਕੇ ਨਹੀਂ ਪਾਇਆ, ਉਹਦੇ ਮਨ 'ਚ ਪਿਆਰ ਸੀਗਾ, ਸ਼ਰਧਾ ਸੀਗੀ। ਸ਼ਰਧਾ ਸੰਯੁਕਤ ਹੋ ਕੇ ਧਿਆਨ ਦਾ ਉਹ ਰੱਬ ਦਾ ਧਾਰ ਰਿਹਾ ਸੀ। ਇਹ ਗੱਲ ਵੱਖਰੀ ਹੈ ਕਿ ਉਹਨੂੰ ਪੱਥਰ 'ਚੋਂ ਭਗਵਾਨ ਦੇ ਦਰਸ਼ਨ ਹੋਏ, ਪੱਥਰ ਪਾੜ ਕੇ। ਜਿਵੇਂ ਥੰਮ ਦੇ ਵਿੱਚ ਤਾਂ ਰੱਬ ਹੈ ਨਹੀਂ, ਪਰ ਪ੍ਰਹਿਲਾਦ ਦਾ ਸਿਦਕ ਤੇ ਪ੍ਰੇਮ ਵੇਖ ਕੇ ਥੰਮ ਪਾੜ ਹਰ ਪ੍ਰਗਟਿਆ, ਨਰਸਿੰਘ ਰੂਪ ਅਨੂਪ ਜੁਗਾਦ। ਇੰਜ ਸੋ ਪ੍ਰੇਮਾ ਭਗਤੀ ਦੇ ਨਾਲ ਵਾਹਿਗੁਰੂ ਨੂੰ ਪਾਇਆ। ਉਹ ਜਗਤ ਦੇ ਵਿੱਚ ਵਿਰਲੇ ਪੁਰਖ ਹਨ। ਮੋਹਿ ਨਿਰਗੁਣ ਗੁਣ ਕਿਛੁ ਨਾਹੀ। ਇਹ ਪਰਮੇਸ਼ਰ ਸਤ ਸੰਤੋਖ ਆਦਿਕ ਮੇਰੇ ਗੁਣਾਂ ਤੋਂ ਹੀਣੇ ਵਿੱਚ ਗਿਆਨ ਆਦਿਕ ਦਾ ਕੋਈ ਵੀ ਗੁਣ ਨਹੀਂ ਹੈ। ਸਰਬ ਨਿਦਾਨ ਤੇਰੀ ਦ੍ਰਿਸ਼ਟੀ ਮਾਹੀ। ਤੇ ਗੁਣਾਂ ਤੋਂ ਬਗੈਰ ਤੇਰੀ ਭਗਤੀ ਨਹੀਂ ਹੋ ਸਕਦੀ। ਵਿਣ ਗੁਣ ਕੀਤੇ ਭਗਤ ਨਾ ਹੋਏ। ਸਾਰੇ ਖਜ਼ਾਨੇ
ਤੇਰੀ ਕਿਰਪਾ ਭਰੀ ਨਿਗਾਹ ਦੇ ਵਿੱਚ, ਨਦਰ ਦੇ ਵਿੱਚ ਹੀ ਹਨ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਵਿਧਾਰਿਓ। ਨਾਨਕ ਦੀਨਾ ਜਾਚੈ ਤੇਰੀ ਸੇਵਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਪਰਮੇਸ਼ਰ, ਮੈਂ ਗਰੀਬ ਤੇਰੀ ਆਪ ਜੀ ਦੀ ਭਗਤੀ ਰੂਪ ਟਹਿਲ ਕਰਨੀ ਮੰਗਦਾ ਹਾਂ ਜੀ। ਕਿਰਪਾ ਕਰੋ, ਤੇਰੀ ਮੈਂ ਸੇਵਾ ਕਰਦਾ ਰਹਾਂ। ਟਹਿਲ ਮਹਿਲ ਤਾਕੋ ਮਿਲੇ, ਜਾਕੋ ਸਾਧ ਕਿਰਪਾਲ। ਇਹ ਜਿਹੜਾ ਮਨੁੱਖਾ ਜਨਮ ਹੈ, ਖਾਸ ਕਰ ਸਾਨੂੰ ਪੰਜਾਬੀ ਸਿੱਖ ਮਾਂ ਪ੍ਰਾਪਤ ਹੋਈ। ਪੰਜਾਬ ਦੇ ਵਿੱਚ ਸਿੱਖਾਂ ਦੇ ਘਰ ਸਾਡਾ ਜਨਮ ਹੋਇਆ ਅਤੇ ਜੰਮਦਿਆਂ ਹੀ ਗੁਰਦੁਆਰੇ ਮਾਂ ਨੇ ਮੱਥਾ ਟਿਕਾਇਆ। ਇਉਂ ਸਿੱਖ ਦਾ ਫਰਜ਼ ਹੈ ਕਿ ਉਹ ਗੁਰਦੁਆਰੇ ਦੀ ਸੇਵਾ ਕਰੇ, ਜਿਹੜੀ ਵੀ ਉਹਨੂੰ ਪਸੰਦ ਹੈ। ਕੋਈ ਝਾੜੂ ਫੇਰਨ ਦੀ, ਕੋਈ ਜੋੜੇ ਕਰਦੀ, ਕੋਈ ਬਰਤਨ ਮਾਂਜਣ ਦੀ, ਅਤੇ ਜੇ ਮਹਾਰਾਜ ਦੇ ਪੜ੍ਹਨ ਪੜ੍ਹਾਉਣ ਦੀ ਹੈ, ਗੁਰੂ ਦੀ ਬਖਸ਼ਿਸ਼ ਹੈ, ਤਾਂ ਉਹ ਵੀ ਕਰ ਸਕਦਾ। ਇੰਝ ਸਿੱਖ ਦਾ ਜਨਮ ਹੋਇਆ ਹੀ ਵਾਹਿਗੁਰੂ ਵੱਲੋਂ ਗੁਰਦੁਆਰੇ ਦੀ ਸੇਵਾ ਵਾਸਤੇ ਹੈ। ਅਤੇ ਜੇ ਕਿਸੇ ਹੋਰ ਕੰਮ ਦੇ ਵਿੱਚ ਰੁਚੀ ਦਿੰਦਾ ਤਾਂ ਦਿਲ ਹੀ ਨਹੀਂ ਲੱਗਦਾ। ਜੇ ਲੱਗ ਵੀ ਜਾਏ ਤਾਂ ਰੱਬ ਕਾਮਯਾਬ ਨਹੀਂ ਹੋਣ ਦਿੰਦਾ। ਪਰਮਾਤਮਾ ਦੀ ਮਰਜ਼ੀ ਹੋਈ ਐਸੀ ਹੈ। ਤੋ ਇਸ ਲਈ ਇਹ ਭਾਗਾਂ ਦੀ ਨਿਸ਼ਾਨੀ ਹੈ ਕਿ ਸਾਨੂੰ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਰੂਪ ਦੇ ਵਿੱਚ ਪ੍ਰਾਪਤ ਹੋਏ ਨੇ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਹੀ ਹੁਕਮ ਕੀਤਾ ਹੈ। ਬਾਕੀ ਤਾਂ ਸਭ ਦੁਨੀਆ ਘੋਣ ਮੋਹਣੀ ਹੈ, ਅਤੇ ਕੋਈ ਕਿਸੇ ਪਾਸੇ ਤੁਰਿਆ ਫਿਰਦਾ, ਕੋਈ ਕਿਸੇ ਪਾਸੇ। ਸਾਨੂੰ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੋ ਕਹਿੰਦੀ ਹੈ, ਉਸ ਮਰਜ਼ਾਦਾ ਦੇ ਵਿੱਚ ਅੰਮ੍ਰਿਤਧਾਰੀ ਹੋ ਕੇ ਬਾਣੀ ਦੇ ਮੁਤਾਬਕ ਆਪ ਦਾ ਜੀਵਨ ਢਾਲਣਾ ਹੈ। ਸੋ ਸਿੱਖ ਬਣਨਾ ਹੈ ਅਤੇ ਸਿੱਖ ਬਣ ਕੇ ਗੁਰੂ ਸਾਹਿਬ ਜੀ ਦੀ ਸੇਵਾ ਕਰਨੀ ਹੈ। ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ। ਮਨ ਲੋਚੈ ਬਰਿਆਈਆਂ, ਗੁਰ ਸ਼ਬਦੀ ਇਹੋ ਮਨ ਹੋੜੀਐ। ਗੁਰੂ ਦੇ ਸ਼ਬਦ ਦੇ ਦੁਆਰਾ ਆਪਣੇ ਮਨ ਨੂੰ ਬੁਰੇ ਪਾਸੇ ਤੋਂ ਰੋਕਣਾ ਹੈ। ਜਿਸ ਤਰ੍ਹਾਂ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਦੀ ਹੈ ਕਿ ਨੌਜਵਾਨ ਖੇਡਾਂ ਵਿੱਚ ਲਾ ਕੇ ਨਸ਼ਿਆਂ ਤੋਂ ਬਚ ਸਕਦਾ, ਇੰਝ ਫਜ਼ੂਲ ਦੀ ਸਮੇਂ ਦੀ ਬਰਬਾਦੀ ਦੀ ਲੋੜ ਨਹੀਂ। ਠੁੱਕ ਠੁੱਕ ਠਾ ਠਾ, ਮੈਂ ਤਾਂ ਕ੍ਰਿਕਟ ਨੂੰ ਉੱਕਾ ਹੀ ਨਹੀਂ ਚੰਗਾ ਸਮਝਦਾ। ਉਹ ਦੋ ਹੀ ਬੰਦੇ ਖੇਡਦੇ, ਬਾਕੀ ਬੈਟਰ ਬੈਟਰ ਵੇਖੀ ਜਾਂਦੇ ਨੇ। ਅਤੇ ਇਸ ਵਾਸਤੇ ਸਭ ਤੋਂ ਉੱਤਮ ਖੇਡ ਤਾਂ ਗੁਰੂ ਘਰ ਦੀ ਸੇਵਾ ਹੀ ਹੈ। ਕੋਈ ਜਿੰਮ ਜੁੰਮ ਦੀ ਲੋੜ ਨਹੀਂ, ਜ਼ੋਰ ਜ਼ਾਰ ਕਰਨਾ ਅਤੇ ਇੱਟਾਂ ਢੋ ਕਿੰਨੀ ਬਿਲਡਿੰਗ ਦੀ ਸੇਵਾ ਹੈ। ਖੁਸ਼ੀ ਦੇ ਨਾਲ ਜਿੰਨਾ ਮਰਜ਼ੀ ਜ਼ੋਰ ਮਾਰੋ। ਅਤੇ ਇਸ ਲਈ ਜੇ ਭੱਜਣਾ ਹੈ ਤਾਂ ਘਰੋਂ ਆਪਦੇ ਪੈਦਲ ਤੁਰ ਕੇ ਮਹਾਰਾਜ ਦੇ ਦਰਸ਼ਨਾਂ ਨੂੰ ਆਈਏ। ਭੱਜ ਭੱਜ ਕੇ ਸੇਵਾ ਕਿੰਨੀ ਮਰਜ਼ੀ ਕਰੋ ਭਾਈ। ਅਤੇ ਇਸ ਲਈ ਜਿਹਦਾ ਸੇਵਾ ਚਿੱਤ ਜੁੜ ਜਾਂਦਾ, ਉਹ ਨਸ਼ਿਆਂ ਦੇ ਵਿਸ਼ਿਆਂ ਤੋਂ ਸੁਤੇ ਸਿੱਧੀ ਬਚ ਜਾਂਦਾ। ਮਹਾਰਾਜ ਕਹਿੰਦੇ ਟਹਿਲ ਮਹਿਲ ਤਾਕੋ ਮਿਲੈ, ਜਾਕੋ ਸਾਧ ਕਿਰਪਾਲ। ਇਸ ਲਈ ਮਨ ਨੂੰ ਰੱਝੇ ਰੱਖਣਾ ਚਾਹੀਦਾ ਤਾਂ ਕਿ ਮਨ ਗੁਰੂ ਦੇ ਚਰਨਾਂ ਨਾਲ ਜੁੜਿਆ ਜਾਵੇ। ਸਿਮਰਨ ਕਰਨ ਦੀ ਤਾਕਤ ਕਿਸੇ ਮਹਾਂਪੁਰਖ ਦੀ ਹੁੰਦੀ ਹੈ। ਅੱਠੇ ਪੈਰ ਆਪਾਂ ਮਾਲਾ ਨਹੀਂ ਫੇਰ ਸਕਦੇ। ਇਸ ਲਈ ਜੋ ਚਿੱਤ ਤੁਹਾਡਾ ਚਾਹੁੰਦਾ ਉਹ ਸੇਵਾ ਗੁਰੂ ਘਰ ਦੀ ਅਪਣਾਉਣੀ ਚਾਹੀਦੀ ਹੈ। ਹਰ ਸੇਵਾ ਮੈਂ ਪਰਮ ਨਿਧਾਨ, ਹਰ ਸੇਵਾ ਮੁਖ ਅੰਮ੍ਰਿਤ ਨਾਮ। ਸੱਚੇ ਪਾਤਸ਼ਾਹ ਜੀ ਕਹਿੰਦੇ, ਹੇ ਵਾਹਿਗੁਰੂ, ਮੈਂ ਤੇਰੇ ਦਰ ਤੋਂ ਕੁਝ ਨਹੀਂ ਮੰਗਦਾ। ਜੋ ਖਾਣਾ ਪੀਣਾ ਹੱਸਣਾ ਸੌਣਾ ਇਹ ਤਾਂ ਪਸ਼ੂ ਪੰਛੀਆਂ ਦਾ ਵੀ ਚੱਲਦਾ ਹੈ। ਆਪ ਕਿਰਪਾ ਕਰ, ਮੈਨੂੰ ਗਰੀਬ ਨੂੰ ਸੇਵਾ ਬਖਸ਼ ਦੇ ਕੋਈ ਨਾ ਕੋਈ। ਜਾਂ ਸਭ ਤੋਂ ਉੱਤਮ ਸੇਵਾ ਹੈ ਭਗਤੀ ਕਰਨੀ। ਭਗਤੀ ਰੂਪੀ ਮੈਂ ਟਹਿਲ ਕਰਨੀ ਮੰਗਦਾ ਹਾਂ ਜੀ। ਕਰ ਕਿਰਪਾ ਦੀਜੈ ਗੁਰਦੇਵ। ਕਈ ਕਹਿੰਦੇ ਸਾਨੂੰ ਤਾਂ ਸ਼ਰਮ ਆਉਂਦੀ ਹੈ ਜੀ, ਲੋਕ ਕੀ ਕਹਿਣਗੇ ਵੀ ਬਾਬਾ ਬਣ ਗਿਆ। ਤੋ ਦੁਨੀਆ ਦੀ ਰੀਤੀ ਹੋਈ ਐਸੀ ਹੈ
ਜੇ ਸਿੱਖਾਂ ਦੇ ਬੱਚੇ ਅਖੰਡ ਪਾਠੀ ਨਹੀਂ ਬਣਨਗੇ, ਗੁਰਬਾਣੀ ਨਹੀਂ ਪੜ੍ਹਨਗੇ, ਸੇਵਾ ਨਹੀਂ ਕਰਨਗੇ, ਹੋਰ ਕੌਣ ਕਰੇਗਾ? ਇਸ ਲਈ ਅਰਦਾਸ ਕਰੀਏ, ਹੇ ਪਰਮੇਸ਼ਰ, ਹੇ ਗੁਰੂ ਦੇਵ, ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਮੈਨੂੰ ਆਪਣੀ ਭਗਤੀ ਰੂਪ ਟਹਿਲ ਬਖਸ਼ ਦੇਣਾ ਕਰ। ਗੋਂਡ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਗੌਂਡ ਰਾਗ ਦੇ ਵਿੱਚ ਸ਼ੁਭ ਪਾਵਨ ਫੁਰਮਾਨ ਕਰਦੇ ਹਨ। ਸੰਤ ਕਾਲੀਆ ਤਰਤ ਬਿਦਾਰੋ। ਜੋ ਨਿੰਦਕ ਪੁਰਖ ਮਹਾਤਮਾ ਜਨਾਂ ਦਾ ਫਿਟਕਾਰਿਆ ਹੋਇਆ ਹੈ, ਉਸ ਨੂੰ ਪਰਮੇਸ਼ਰ ਧਰਤੀ ਤੇ ਪਟਕਾਉਂਦਾ, ਪਟਕਾ ਕੇ ਮਾਰਦਾ। ਪਾ ਜੋ ਧਰਤੀ ਤੇ ਰਾਜ ਕਰਦਾ, ਉਹਨੂੰ ਮੁੱਧਾ ਮਾਰ ਕੇ ਨੱਕ ਪਰਨੇ ਸੁੱਟਦਾ, ਉਹਨੂੰ ਸਦਾ ਕਾਇਮ ਰਹਿਣ ਨਹੀਂ ਦਿੰਦਾ। ਜਿਵੇਂ ਹਰਨਾਖਸ਼ ਦਾ ਪੇਟ ਪਾੜ ਕੇ ਉਹਨੂੰ ਮਾਰ ਸੁੱਟਿਆ ਸੀ ਤੇ ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ ਸੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਮਾਂ ਰਾਮ ਰਾਜੇ। ਹਰਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਇੰਜ ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਈ ਛਡਾਇਆ। ਸੰਤ ਕਾ ਨਿੰਦਕਾ ਆਕਾਸ ਤਿਟਾਰਾ। ਜਿਹੜਾ ਪੁਰਖ ਸੰਤਾਂ ਦਾ ਨਿੰਦਿਆ ਕਰਨ ਵਾਲਾ, ਅਪਜਸ ਕਰਨ ਵਾਲਾ, ਉਹਨੂੰ ਰੱਬ ਭਾਵੇਂ ਆਕਾਸ਼ 'ਚ ਚੜ੍ਹਿਆ ਹੋਵੇ ਉੱਥੋਂ ਹੇਠਾਂ ਸੁੱਟ ਦਿੰਦਾ। ਇੰਦਰਾ ਗਾਂਧੀ ਨੇ ਕਦੀ ਸੁਪਨੇ 'ਚ ਵੀ ਨਹੀਂ ਸੋਚਿਆ ਹੋਣਾ। ਉਹ ਤਾਂ ਕਈ ਜੁਗਾੜ, ਕਈ ਸਕੀਮਾਂ ਬਣਾਉਂਦੀ ਸੀ ਵੀ ਬਾਰਡਰ ਖੋਲ੍ਹ ਕੇ ਪਾਕਿਸਤਾਨ ਦਾ ਬਹਾਨੇ ਨਾਲ ਤੇ ਝਗੜਾ ਕਰਾ ਕੇ, ਲੜਾਈ ਕਰਾ ਕੇ, ਜੰਗ ਦਾ ਬਹਾਨਾ ਬਣਾ ਕੇ ਅੰਮ੍ਰਿਤਸਰ ਡਾ ਦੇਣਾ, ਦਰਬਾਰ ਸਾਹਿਬ ਨਹੀਂ ਰਹਿਣ ਦੇਣਾ। ਪਰ ਪਰਮਾਤਮਾ ਬਹੁਤ ਬੇਅੰਤ। ਨਿੰਦਕ ਪੁਰਸ਼ ਦੀ ਬਹੁਤ ਹੀ ਜ਼ਿਆਦਾ ਜ਼ਿੰਦਗੀ ਨਹੀਂ ਹੁੰਦੀ, ਟਾਈਮ ਦਾ ਸਭਨਾਂ ਨੂੰ ਵਾਹਿਗੁਰੂ ਦਿੰਦਾ। ਕਿਉਂ? ਸੰਤਾਂ ਦਾ ਜਿਹੜਾ ਨਿੰਦਿਆ ਕਰਨ ਵਾਲਾ, ਉਹ ਭਾਵੇਂ ਸਵਰਗ 'ਚ ਵੀ ਚੜਿਆ ਹੋਵੇ, ਇੰਦਰ ਦੀ ਪਦਵੀ ਦਾ ਵੀ ਮਾਲਕ ਬਣ ਜਾਏ, ਇੱਥੋਂ ਦਾ ਰਾਜ ਤਾਂ ਕੁਛ ਹੈ ਹੀ ਨਹੀਂ, ਉੱਥੋਂ ਹੇਠਾਂ ਪਟਕਾ ਕੇ ਸੁੱਟ ਦਿੰਦਾ। ਜਿਸ ਵੇਲੇ ਇੰਦਰ ਬਿਤਰਾਸੁਰ ਬ੍ਰਾਹਮਣ ਦੇ ਮਾਰਨ ਤੋਂ, ਬ੍ਰਹਮ ਹੱਤਿਆ ਦੇ ਭੈ ਕਰਕੇ ਕਮਲ ਦੀ ਨਾਲ 'ਚ ਲੁਕ ਗਿਆ ਸੀ, ਤਦ ਬ੍ਰਿਹਸਪਤੀ ਨੇ ਨੌਖ ਰਾਜੇ ਨੂੰ ਇੰਦਰ ਦੇ ਸਿੰਘਾਸਣ 'ਤੇ ਥਾਪਿਆ। ਜਿਸ ਵੇਲੇ ਨੌਖ ਰਾਜਾ ਇੰਦਰ ਦੀ ਪਦਵੀ 'ਤੇ ਬੈਠ ਕੇ ਇੰਦਰ ਦੀ ਘਰਵਾਲੀ 'ਤੇ ਬੁਰੀ ਨਿਗਾਹ ਕਰਨ ਲੱਗਾ, ਸਚੀ ਦਾ ਸੱਤ ਤੋੜਨ ਲੱਗਾ, ਤਾਂ ਸਚੀ ਆਪਦੇ ਗੁਰੂ ਬ੍ਰਿਹਸਪਤੀ ਦੇ ਚਰਨੀ ਪੈ ਗਈ ਕਿ ਮਹਾਰਾਜ ਮੇਰਾ ਸੱਤ ਕਿਵੇਂ ਰਹੇ ਜੀ, ਕਿਰਪਾ ਕਰੋ, ਕੁਛ ਮੈਨੂੰ ਦੱਸੋ। ਉਹਨੇ ਸਲਾਹ ਦਿੱਤੀ ਕਿ ਤੂੰ ਨੌਖ ਰਾਜੇ ਨੂੰ ਇੰਜ ਕਹਿ ਕਿ ਇੰਜ ਕਰਨਾ ਮੁਨਾਸਿਬ ਨਹੀਂ ਹੈ। ਜੇ ਤੂੰ ਮੈਨੂੰ ਵਰਨਾ ਹੈ ਤਾਂ ਸੱਤ ਰਿਖੀਆਂ ਦੇ ਪਾਸੋਂ ਆਪਣੀ ਪਾਲਕੀ ਚੁਕਵਾ ਕੇ ਮੇਰੇ ਮਹਿਲਾਂ 'ਚ ਮੈਨੂੰ ਮਰਨ ਵਾਸਤੇ ਆ, ਮਰਯਾਦਾ ਨਾਲ ਮੇਰੇ ਨਾਲ ਵਿਆਹ ਕਰਾ, ਤਾਂ ਮੈਂ ਤੇਰੇ ਨਾਲ ਚੱਲਾਂਗੇ। ਤਾਂ ਕਾਮ ਚੰਨੇ ਹੋਏ ਨੌਖ ਰਾਜੇ ਨੇ ਕੁਝ ਵੀ ਨਾ ਸੋਚਿਆ, ਉਹਨੇ ਸੱਤ ਰਿਖੀਆਂ ਦੇ ਕੋਲੋਂ ਆਪਣੀ ਪਾਲਕੀ ਚੁਕਵਾਈ। ਜਿਨ੍ਹਾਂ ਵਿੱਚੋਂ ਜਿਹੜਾ ਜੜ ਭਰਤ ਰਿਖੀ ਸੀ ਉਹ ਹੌਲੀ ਹੌਲੀ ਤੁਰਿਆ। ਜਦੋਂ ਬੰਦੇ ਨੂੰ ਮੋਢਿਆਂ 'ਤੇ ਚੁੱਕਿਆ ਹੋਵੇ ਪਾਲਕੀ ਦੇ ਰੂਪ ਦੇ ਵਿੱਚ, ਤਾਂ ਕਦਮ ਮਿਲਾ ਕੇ ਤੁਰਨਾ ਪੈਂਦਾ। ਖਾਸ ਕਰਕੇ ਹੇਮਕੁੰਟ ਸਾਹਿਬ ਨੂੰ ਜਾਂਦੇ ਆ ਜਿਹੜੇ, ਉਹ ਪੰਘੂੜੇ ਜਿਹੇ 'ਚ ਬਹਿ ਕੇ ਜਾਂਦੇ ਨੇ, ਚਾਰ ਬੰਦਿਆਂ ਦੇ ਮੋਢਿਆਂ 'ਤੇ, ਉਹ ਸਾਰੇ ਕਦਮ ਮਿਲਾ ਕੇ ਤੁਰਦੇ ਨੇ। ਇੱਕ ਬੰਦਾ ਵੀ ਇੱਧਰ ਉੱਧਰ ਕਦਮ ਰੱਖੇ ਤੇ ਉੱਪਰ ਬੈਠਾ ਬੰਦਾ ਡੋਲਦਾ ਹੈ। ਜੜ ਭਰਤ ਨੇ ਜਾਣ ਬੁੱਝ ਕੇ ਆਪਣੇ ਪੈਰ ਇੱਧਰ ਉੱਧਰ ਕੀਤੇ, ਨੌਖ ਰਾਜੇ ਨੂੰ ਝਟਕਾ ਲੱਗਾ। ਉਹਨੇ ਆਰ ਮਾਰ ਕੇ ਆਖਿਆ ਸਰਪ। ਸਰਪ ਸੰਸਕ੍ਰਿਤ ਦਾ ਵਰਡ ਜਿਹਦਾ ਭਾਵ ਹੈ ਛੇਤੀ ਚੱਲੋ, ਛੇਤੀ ਚੱਲੋ। ਤਦ ਉਹ ਰਿਖੀਆਂ ਨੇ ਸ਼ਰਾਪ ਦਿੱਤਾ ਕਿ ਤੇਰੇ ਆਖੇ ਅਸੀਂ ਕਿਉਂ ਸੱਪ ਬਣੀਏ, ਤੂੰ ਹੀ ਸੱਪ ਬਣ। ਇੰਜ ਨੌਖ ਰਾਜਾ ਸੰਤਾਂ ਦੀ ਬੇਅਦਬੀ ਕਰਨ ਤੋਂ ਸਵਰਗ ਦੇ ਵਿੱਚੋਂ ਇੰਦਰ ਦੀ ਪਦਵੀ, ਰਾਜ ਦਾ ਮਾਲਕ ਬਣਨ ਦੇ ਬਾਵਜੂਦ ਵੀ ਸੱਪ ਬਣ ਕੇ ਨੀਮਖਾਰ ਤੀਰਥ ਦੇ ਉੱਪਰ ਡਿੱਗਿਆ ਸੀਗਾ। ਇੰਜ
संत की निंदा करो न कोय, जो निंदा तिसका पतन होए। पतन का मतलब है ਉਹਦਾ ਨਾਸ਼ ਹੋ ਜਾਂਦਾ ਹੈ। ਸੰਤ ਕੋ ਰਾਖਾਓ ਆਪਣੇ ਜੀ ਨਾਲ। ਪਰਮੇਸ਼ਰ ਦੇ ਸੰਤ ਮਹਾਤਮਾ ਜਨਾਂ ਨੂੰ ਆਪਣੇ ਹਿਰਦੇ ਦੇ ਨਾਲ ਲਾ ਕੇ ਉਹ ਵਾਹਿਗੁਰੂ ਹਮੇਸ਼ਾ ਹੀ ਰੱਖਦਾ ਹੈ। ਪਾਰ ਬ੍ਰਹਮ ਸਾਧ ਰਿਤ ਬਸੈ, ਨਾਨਕ ਉਧਰੈ ਸਾਧ ਸੁਣ ਰਸੈ। ਸੰਤ ਉਦਾਰਾਓ ਤਤ ਘਿਣ ਤਾਲ। ਅਤੇ ਪਰਮੇਸ਼ਰ ਸ਼ੀਘਰ ਤੋਂ ਸ਼ੀਘਰ ਮਹਾਤਮਾ ਜਨਾਂ ਨੂੰ ਉਧਾਰ ਦਿੰਦਾ, ਤਾਰ ਦਿੰਦਾ, ਜਾਂ ਇਸੇ ਪ੍ਰਕਾਰ ਸੰਤ ਉਧਾਰੋ। ਸੰਤ ਉਦਾਰੋ ਤਤ ਘਿਣ ਤਾਲ। ਸਰੂਪ ਰੂਪੀ ਤਾਲ ਦੀ ਪ੍ਰਾਪਤੀ ਵਾਲੇ ਸੰਤ ਜਨਾਂ ਨੂੰ ਸ਼ੀਘਰ ਹੀ ਉਧਾਰ ਦਿੰਦਾ ਹੈ। ਇਸੇ ਪ੍ਰਕਾਰ ਸੰਤ ਉਦਾਰੋ ਤਤ ਘਿਣ ਤਾਲ। ਜਿਹੜੇ ਤਤ ਖਿਣ ਛਿਣ ਕਾਲ ਵਿੱਚ ਸਿਧਾਂਤ ਸਰੂਪ ਦੀ ਵਿਚਾਰ ਕਰਦੇ ਤੇ ਮਹਾਂਵਾਕਾਂ ਰੂਪ ਤਾਲਾਂ ਨੂੰ ਪੂਰਦੇ ਨੇ, ਉਹਨਾਂ ਸੰਤ ਜਨਾਂ ਨੂੰ ਪਰਮੇਸ਼ਰ ਸ਼ੀਘਰ ਹੀ ਸੰਸਾਰ ਸਮੁੰਦਰ ਤੋਂ ਉਧਾਰ ਦਿੰਦਾ, ਤਾਰ ਦਿੰਦਾ ਹੈ। ਅਸਲੀ ਸੰਤ ਕੌਣ ਹੈ? ਸੋਈ ਸੰਤਾ ਜੇ ਭਾਵੈ ਰਾਮ। ਇਹ ਭਾਈ ਜਿਹੜਾ ਪਰਮੇਸ਼ਰ ਨੂੰ ਭਾ ਜਾਂਦਾ, ਆਪਣੇ ਆਪ ਦਾ ਮੈਂ ਵੀ ਸੰਤ ਹਾਂ। ਸਾਰੇ ਹੀ ਕਹਿੰਦੇ ਨੇ ਵੀ ਆਪਾਂ ਸੰਤ ਹਾਂ। ਸਭ ਕੋ ਪੂਰਾ ਆਪੇ ਹੋਵੇ, ਘਟ ਨਾ ਕੋਈ ਆਖੈ। ਪਤ ਪਰਵਾਣਾ ਪਿੱਛੇ ਪਾਈਐ, ਤਾਂ ਨਾਨਕ ਤੋਲਿਆ ਜਾਪੈ। ਸੋ ਕਲਯੁਗ ਦੇ ਵਿੱਚ ਕੋਈ ਪੂਰਨ ਸੰਤ ਨਹੀਂ ਹੈ, ਸਭ ਅਧੂਰੇ ਨੇ। ਜੋ ਪਰਮੇਸ਼ਰ ਨੂੰ ਭਾ ਜਾਂਦਾ, ਮਤਲਬ ਵਾਹਿਗੁਰੂ ਦੀ ਰਜਾ ਨੂੰ ਮੰਨਦਾ, ਉਹੀ ਅਸਲੀ ਸੰਤ ਮਹਾਤਮਾ ਹੈ। ਗੋਬਿੰਦ ਸੰਤ ਗੋਬਿੰਦ ਕਾ ਏਕੈ ਕਾਮ। ਜੋ ਸੰਤ ਮਹਾਤਮਾ ਜਨ ਹਰ ਵਕਤ ਜੀਵਾਂ ਦੀ ਕਲਿਆਣ ਕਰਨ ਵਾਸਤੇ ਗੋਬਿੰਦ ਪਰਮੇਸ਼ਰ ਦੇ ਨਾਮ ਜਪਣ ਜਪਾਉਣ ਨੂੰ ਹੀ ਇੱਕ ਕੰਮ ਸਮਝਦਾ ਹੈ, ਹੋਰ ਕੋਈ ਦੂਜਾ ਕੰਮ ਨਹੀਂ ਕਰਦਾ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਜਿਹੜਾ ਆਪ ਨਾਮ ਜਪਦਾ ਤੇ ਦੂਜਿਆਂ ਨੂੰ ਨਾਮ ਜਪਾਉਂਦਾ, ਅਸਲੀ ਸੰਤ ਉਹੀ ਹੈ ਜੋ ਹਰ ਵਕਤ ਪਰਮੇਸ਼ਰ ਦੇ ਨਾਮ ਜਪਣ ਵਾਲੇ ਇੱਕ ਕੰਮ 'ਚ ਹੀ ਲੱਗਿਆ ਰਹਿੰਦਾ ਹੈ। ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੂੰ ਸੰਤ ਸੁੰਦਰ ਸਿੰਘ ਜੀ ਨੇ ਪੁੱਛਿਆ ਕਿ ਤੂੰ ਇੱਕ ਕੰਮ ਕਰਨਾ ਕਿ 100 ਕੰਮ ਕਰਨੇ? ਕਹਿੰਦੇ ਜੀ ਇੱਕ ਕੰਮ ਹੀ ਬਖਸ਼ ਦਿਓ। ਕਹਿੰਦੇ ਚੰਗਾ, ਅੱਜ ਤੋਂ ਬਾਅਦ ਤੈਨੂੰ ਮੈਂ ਟਕਸਾਲ ਦੀ ਮੁਖੀ ਦੀ ਸੇਵਾ ਸੌਂਪਦਾ ਹਾਂ। ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਇੱਕੋ ਕੰਮ ਹੀ ਕਰਨਾ, ਦੂਜਾ ਹੋਰ ਕੋਈ ਕੰਮ ਨਹੀਂ ਕਰਨਾ। ਜੇ ਇੱਕ ਕੰਮ ਕਰੇਗਾ, ਮਤਲਬ ਕਥਾ ਕਰਨੀ ਹੈ, ਵਿਦਿਆਰਥੀਆਂ ਨੂੰ ਪੜ੍ਹਾਉਣਾ, ਗੁਰਮਤਿ ਵਿਚਾਰ ਕਰਨੀ ਹੈ, ਆਪ ਜਪਣਾ, ਦੂਜਿਆਂ ਨੂੰ ਜਪਣ ਦੀ ਸਿੱਖਿਆ ਦੇਣੀ, ਤਾਂ 100 ਕੰਮ ਆਪਣੇ ਆਪ ਸੁਤੇ ਸਿੱਧੀ ਪੂਰੇ ਹੁੰਦੇ ਜਾਣਗੇ। ਸੋ ਟਕਸਾਲ ਦੇ ਜੋ ਵੀ ਸੰਤ ਮਹਾਂਪੁਰਖ ਬਣਦੇ, ਉਹ ਇੱਕੋ ਕੰਮ ਹੀ ਕਰਦੇ, ਕਥਾ ਪ੍ਰਚਾਰ, ਜਪਣ ਜਪਾਉਣ ਦਾ। ਬਾਕੀ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਨਾਲ ਸੁਤੇ ਸਿੱਧੀ ਬੜੇ ਬੜੇ ਕਾਰਜ ਵੀ ਪੂਰੇ ਹੁੰਦੇ ਹਨ। ਇਉਂ ਸੰਤ ਉਹ ਹੈ ਜਿਹੜਾ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਦਾ ਬਖਸ਼ਿਆ ਨਾਮ ਜਿਹੜਾ ਜਪਣ ਜਪਾਉਣ ਦਾ ਕੰਮ ਕਰਦਾ। ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਦਾ ਜੀਵਨ ਵੇਖੋ, ਅੱਜ ਤੱਕ ਸੁਖਮਨੀ ਸਾਹਿਬ ਉੱਥੇ ਕੰਟੀਨਿਊ ਜਾਰੀ ਹੈ। ਹਰਖੋਵਾਲ ਵਾਲੇ ਮਹਾਂਪੁਰਖ ਬਾਬਾ ਜਵਾਲਾ ਸਿੰਘ ਜੀ ਦੇ ਅਸਥਾਨ ਦੇ ਕੰਟੀਨਿਊ ਮੂਲ ਮੰਤਰ ਦਾ ਪਾਠ ਜਾਰੀ ਹੈ। ਮਸਦੂਆਣੇ ਵਾਲੇ ਮਹਾਂਪੁਰਖ ਬਾਬਾ ਅਤਰ ਸਿੰਘ ਸਾਹਿਬ ਦੀ ਸੰਪਰਦਾ, ਕਿੰਨੇ ਕੀਰਤਨ ਵਾਲੇ ਗੁਰਮੁਖ ਪਿਆਰੇ ਜੋ ਢੋਲਕੀ ਚਮਟਿਆਂ ਦੇ ਨਾਲ ਸੰਗਤਾਂ ਨੂੰ ਕੀਰਤਨ ਸਰਵਣ ਕਰਾਉਂਦੇ ਹਨ। ਇੰਜ ਸੰਤ ਉਹੀ ਹੈ ਜੋ ਇੱਕ ਗੁਰੂ ਘਰ ਦਾ ਕੰਮ ਕਰੇ। ਰਹਾਉ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਹਨ। ਸੰਤ ਕੈ ਉਪਰ ਦੇ ਪ੍ਰਭ ਹਾਥ। ਸੰਤਾਂ ਮਹਾਤਮਾ ਜਨਾਂ ਤੇ ਪਰਮੇਸ਼ਰ ਆਪਣਾ ਕਿਰਪਾ ਦਾ ਹੱਥ ਦੇ ਕੇ ਰਕਸ਼ਾ ਕਰਦਾ ਹੈ। ਕਾਰ ਸੇਵਾ ਵਾਲੇ ਮਹਾਂਪੁਰਖ ਵੇਖੋ, ਸੇਵਾ ਤੇ ਸਿਮਰਨ
ਗੁਰੂ ਘਰ ਦਾ ਇੱਕੋ ਕੰਮ ਹੀ ਕਰਦੇ ਨੇ, ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਤੇ ਦਿਨ ਚੜ੍ਹੇ ਸੇਵਾ, ਸ਼ਾਮ ਪੈਣ ਤੋਂ ਫਿਰ ਸਿਮਰਨ, ਇੱਕੋ ਹੀ ਕੰਮ ਹੈ, ਦੂਜਾ ਕੋਈ ਕੰਮ ਨਹੀਂ। ਦਿੱਲੀ ਵਾਲੇ ਮਹਾਂਪੁਰਖ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲੇ, ਸੇਵਕ ਕੀ ਓੜਕ ਨੇ ਵੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ। ਹਜੂਰ ਸਾਹਿਬ ਵਾਲੇ ਮਹਾਂਪੁਰਖ ਬਾਬਾ ਬਲਵਿੰਦਰ ਸਿੰਘ ਨਰਿੰਦਰ ਸਿੰਘ ਸਾਹਿਬ, ਇੰਜ ਉਹਨਾਂ ਸੰਤਾਂ ਦੇ ਵਾਹਿਗੁਰੂ ਆਪ ਕਿਰਪਾ ਰੂਪੀ ਹੱਥ ਦੇ ਕੇ ਉਹਨਾਂ ਦੀ ਰਕਸ਼ਾ ਕਰਦਾ। ਸੰਤ ਕਾ ਸੰਗ ਬਸੈ ਦਿਨ ਰਾਤ, ਸੰਤਾਂ ਮਹਾਤਮਾ ਦੇ ਨਾਲ ਪਰਮੇਸ਼ਰ ਦਿਨ ਅਤੇ ਰਾਤ ਵਸਦਾ, ਉੱਥੇ ਹੀ ਰਹਿੰਦਾ ਹੈ। ਸਾਸ ਸਾਸ ਸੰਤਹਿ ਪ੍ਰਤਪਾਲ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਰਸਨਾ ਦੇ ਨਿਵਾਸ ਹੈ, ਹਿਰਦੇ ਵਿੱਚ ਨਿਵਾਸ ਹੈ। ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ, ਜਿੱਥੇ ਸੰਤ ਚੌਂਕੜਾ ਮਾਰ ਕੇ ਭਜਨ ਕਰਦੇ, ਉੱਥੇ ਮਹਾਰਾਜ ਦਾ ਵਸ ਹੈ। ਆਉਂਦੇ ਜਾਂਦੇ ਸਵਾਸ ਸਵਾਸ ਵਿੱਚ ਪਰਮੇਸ਼ਰ ਆਪਣੇ ਮਹਾਤਮਾ ਸੰਤਾਂ ਦੀ ਪ੍ਰਤ ਤਾਈਂ ਪਾਲਣਾ ਕਰਦਾ। ਜਿਵੇਂ ਮਾਂ ਬੱਚੇ ਨੂੰ ਹਮੇਸ਼ਾ ਆਪਦੀ ਛਾਤੀ ਨਾਲ ਲਾ ਕੇ ਰੱਖਦੀ ਹੈ ਅਤੇ ਠੰਡ ਨਹੀਂ ਲੱਗਣ ਦਿੰਦੀ, ਗਰਮੀ ਤੋਂ ਬਚਾਉਂਦੀ ਹੈ, ਭੁੱਖਾ ਨਹੀਂ ਰਹਿਣ ਦਿੰਦੀ, ਸਵਾਸ ਸਵਾਸ। ਸੋ ਆਪ ਭਾਵੇਂ ਜਿੰਨੀ ਮਰਜ਼ੀ ਮੁਸ਼ਕਿਲ 'ਚ ਹੋਏ ਪਰ ਬੱਚੇ ਦੀ ਪਾਲਣਾ ਕਰਦੀ ਹੈ। ਇੰਜ ਮਹਾਰਾਜ ਆਪਦੇ ਸੰਤਾਂ ਮਹਾਤਮਾ ਦੀ ਸਵਾਸ ਸਵਾਸ ਪਾਲਣਾ ਕਰਦਾ। ਵੇਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੁਨੀਆ ਦੇ ਬੱਚੇ ਯਤੀਮ ਹੋਣ ਤੋਂ ਬਚਾ ਲਏ, ਪਰ ਆਪ ਯਤੀਮ ਹੋ ਗਏ। 8.5 ਸਾਲ ਦੀ ਉਮਰ 'ਚ ਆਪਦੇ ਪਿਤਾ ਨੂੰ ਦਿੱਲੀ ਵਿੱਚ ਸੀਸ ਦੇਣ ਲਈ ਤੋਰ ਦਿੱਤਾ। ਫਿਰ ਸਾਰੀ ਉਮਰ ਮਹਾਰਾਜ ਇਸੇ ਹੀ ਦੇਸ਼ ਤੇ ਕੌਮ ਦੀ ਸੇਵਾ ਵਾਸਤੇ ਵੇਖੋ ਕਿਤੇ ਟੇਕੇ ਨਹੀਂ ਬੈਠੇ, ਭੱਜ ਦੌੜ ਦੇ ਵਿੱਚ ਇਹੀ ਕਾਰਜ ਕਰਦੇ ਰਹੇ। ਇੱਕੋ ਹੀ ਮਹਾਰਾਜ ਦਾ ਕੰਮ ਹੈ। ਸਤਿਗੁਰੂ ਨੇ ਆਪ ਲਿਖਿਆ ਕਿ ਧਰਮ ਚਲਾਵਣ ਸੰਤ ਉਬਾਰਨ। ਮੈਂ ਧਰਮ ਨੂੰ ਚਲਾਉਣ ਲਈ ਤੇ ਸੰਤਾਂ ਨੂੰ ਬਚਾਉਣ ਲਈ ਆਇਆ। ਲੋਕ ਸੰਤਾਂ ਨੂੰ ਤੰਗ ਕਰਦੇ ਨੇ, ਦੁਖੀ ਬੜਾ ਕਰਦੇ ਨੇ। ਮੈਂ ਉਹਨਾਂ ਨੂੰ ਪੁੱਛੂੰਗਾ ਕਿ ਤੁਸੀਂ ਕਿਉਂ ਇਸ ਤਰ੍ਹਾਂ ਕਰਦੇ ਹੋ। ਨਵੇਂ ਪਾਤਸ਼ਾਹ ਦੀ ਪਹਿਲੇ ਜਨਮ ਦੇ ਵਿੱਚ ਰਕਸ਼ਾ ਕੀਤੀ ਦੁਸ਼ਟ ਦਮਨ ਦੇ ਰੂਪ 'ਚ, ਜੋ ਦੈਂਤ ਤੰਗ ਕਰਦੇ ਸਨ। ਤੋ ਇੰਜ ਮਹਾਰਾਜ ਕਹਿੰਦੇ ਧਰਮ ਚਲਾਵਣ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਸਭ ਦੁਸ਼ਟਾਂ ਨੂੰ ਜੜੋਂ ਪੁੱਟਣ ਲਈ ਮੈਂ ਆਇਆ। ਇਹ ਮਤਾ ਕੋਈ ਸੋਚੇ ਕਿ ਸੰਤ ਇਕੱਲੇ ਨੇ। ਸੰਤਾਂ ਦਾ ਰਾਖਾ, ਸੰਤਾਂ ਦਾ ਪਾਲਣਹਾਰ ਉਹ ਵਾਹਿਗੁਰੂ ਹੈ, ਜੋ ਸਵਾਸ ਸਵਾਸ ਹਰੇਕ ਆਉਂਦੇ ਜਾਂਦੇ ਸਵਾਸ ਨਾਲ ਖਿਨ ਖਿਨ ਕਾਲ ਸੰਤਾਂ ਦੀ ਖੁਦ ਆਪ ਪਾਲਣਾ ਕਰਦਾ ਹੈ। ਸੰਤ ਕਾ ਦੁਖੀ ਰਾਜਤ ਟਾਲ, ਸੰਤਾਂ ਮਹਾਤਮਾ ਜਨਾਂ ਦਾ ਜਿਹੜਾ ਦੋਸ਼ੀ ਹੁੰਦਾ ਉਸ ਨੂੰ ਪਰਮੇਸ਼ਰ ਰਾਜ ਭਾਗ ਤੋਂ ਸੁੱਟ ਦਿੰਦਾ ਹੈ, ਕੁਰਸੀ ਤੋਂ ਭਟਕਾ ਕੇ ਮਾਰਦਾ। ਭਾਵ ਰਾਜ ਭਾਗ ਦਾ ਮਾਲਕ ਨਹੀਂ ਰਹਿੰਦਾ। ਜਾਂ ਜੇਕਰ ਉਹ ਗਿਆਨਵਾਨ ਹੋਵੇ ਜਾਂ ਕਾਲ ਦਾ ਗਿਆਤਾ ਹੋਵੇ ਤਾਂ ਉਹਨੂੰ ਉਸ ਭੇਦ ਤੋਂ ਵੀ ਟਾਲ ਦਿੰਦਾ। ਭਾਵ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕਦਾ ਹੈ। ਸੰਤ ਕੇ ਨਿੰਦਾ ਕਰਹੁ ਨ ਕੋਈ, ਇਸ ਲਈ ਹੈ ਮੇਰੇ ਭਰਾਵੋ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ। ਮੋਹ ਕਾਲੇ ਤੇ ਨਿੰਦਕਾਂ ਨਰਕੇ ਘੋਰ ਪਵਨ। ਨਿੰਦਾ ਕਰਨੀ ਤਾਂ ਆਮ ਬੰਦੇ ਦੀ ਵੀ ਬੜੀ ਮਾੜੀ ਹੈ। ਮਹਾਤਮਾ ਸੰਤਾਂ ਦੀ ਨਿੰਦਿਆ ਤਾਂ ਕੋਈ ਵੀ ਨਾ ਕਰੋ, ਇਹ ਤਾਂ ਬਹੁਤ ਮਾੜੀ ਹੈ। ਜੋ ਨਿੰਦਾ ਤਿਸ ਕਾ ਪਤਨ ਹੋਏ, ਕਿਉਂਕਿ ਜੋ ਵੀ ਪਰਮੇਸ਼ਰ ਦੇ ਪਿਆਰੇ ਮਹਾਤਮਾ ਜਨਾਂ ਦੀ ਨਿੰਦਿਆ ਕੀਰਤੀ ਕਰੇਗਾ ਉਸ ਦਾ ਗਿਰਨਾ ਹੀ ਹੋਵੇਗਾ। ਭਾਵ ਉਹ ਪਤਿਤ ਹੋ ਜਾਵੇਗਾ। ਜਿਸ ਕਉ ਰਾਖੈ ਸਿਰਜਨਹਾਰ, ਰਚਨਹਾਰ ਪਰਮੇਸ਼ਰ ਜਿਸ ਨੂੰ ਆਪ ਆਪਣਾ ਕਿਰਪਾ ਰੂਪ ਹੱਥ ਦੇ ਕੇ ਰੱਖਦਾ। ਭਾਵ ਉਹਦੇ ਆਪ ਜਸ ਲਈ ਸਾਰਾ ਜਿਹੜਾ ਸੰਸਾਰ ਹੈ। ਝਾਕ ਮਾਰੋ ਸਗਲ ਸੰਸਾਰ, ਭਾਵੇਂ ਸਾਰਾ ਸੰਸਾਰ ਝੱਖਾ ਮਾਰਦਾ ਫਿਰੇ, ਭਾਵ ਵਿਅਰਥ ਬੋਲਦਾ ਫਿਰੇ, ਪਰ ਉਸਦਾ ਕੋਈ ਰੋਮ ਵੀ ਬਾਂਕਾ ਨਹੀਂ ਕਰ ਸਕਦਾ,
ਕੋਈ ਵਾਲ ਵਿੰਗਾ ਨਹੀਂ ਕਰ ਸਕਦਾ ਹੈ। ਪ੍ਰਭ ਆਪਣੇ ਕਾ ਭਇਆ ਵਿਸਾਸ, ਉਸ ਨੂੰ ਆਪ ਦੇ ਪਰਮੇਸ਼ਰ ਦਾ ਹਿਰਦੇ ਵਿੱਚ ਵਿਸ਼ਵਾਸ ਭਰੋਸਾ ਹੋ ਗਿਆ ਹੈ ਕਿ ਜੀਉ ਪੈਂਡਾ ਸਭ ਤਿਸ ਕੀ ਰਾਸ। ਇਹ ਜੀਉ ਸੂਖਮ ਸਰੀਰ ਤੇ ਸਥੂਲ ਪਿੰਡ ਸ੍ਰੀ ਰਾਧਕ ਸਾਰੀ ਉਸੇ ਦੀ ਹੀ ਦਿੱਤੀ ਹੋਈ ਰਾਸ ਪੂੰਜੀ ਹੈ, ਜਾਂ ਉਹਨੇ ਸੂਖਮ ਸਰੀਰ ਸਥੂਲ ਸ੍ਰੀ ਰਾਧਕ ਸਾਰੀ ਉਸ ਦੀ ਪੂੰਜੀ ਜਾਣੀ ਹੈ। ਨਾਨਕ ਕਉ ਉਪਜੀ ਪਰਤੀਤ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਪਰਮੇਸ਼ਰ ਦੇ ਗੁਰਮੁਖ ਜਨ ਪਿਆਰੇ ਸੰਤ ਜਾਨੋ ਇਹ ਭਰੋਸਾ ਪੈਦਾ ਹੋ ਗਿਆ ਹੈ। ਮਨ ਮੁਖ ਹਾਰ ਗੁਰਮੁਖ ਸਦ ਜੀਤ। ਜਿਹੜਾ ਬੰਦਾ ਬਾਹਾਂ ਖੜੀਆਂ ਕਰਕੇ ਹਾਰ ਨਾ ਮੰਨੇ, ਟੋਟਾ ਟੋਟਾ ਹੋ ਕੇ ਭਾਵੇਂ ਮਰ ਜਾਵੇ, ਉਹਨੂੰ ਜਿੱਤਿਆ ਹੀ ਸਮਝੀਦਾ ਹੈ। ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਨਾਮ ਹੀ ਅਜੀਤ ਰੱਖਿਆ ਗੁਰੂ ਸਾਹਿਬਾਂ ਨੇ, ਤੇ ਕਹਿੰਦੇ ਅਜੀਤਾ ਨਾ ਜਾਊ ਨਾਮ ਕਾ ਅਜੀਤ ਹੋ। ਇਉਂ ਉਹਨਾਂ ਨੇ ਆਪ ਦਾ ਸਰੀਰ ਕੁਰਬਾਨ ਕਰ ਦਿੱਤਾ, ਪਰ ਹਥਿਆਰ ਨਹੀਂ ਸੁੱਟੇ। ਇਹ ਨਹੀਂ ਵੀ ਉਹ ਸ਼ਹੀਦ ਹੋ ਗਏ ਤੇ ਉਹ ਹਾਰ ਗਏ। ਸ਼ਹੀਦ ਹੋਣਾ ਹਾਰ ਨਹੀਂ ਹੁੰਦੀ ਹੈ। ਜਿਹੜਾ ਬੰਦਾ ਹਾਰ ਮੰਨੇ ਨਾ, ਉਹ ਕਦੀ ਹਾਰਿਆ ਨਹੀਂ ਹੁੰਦਾ। ਇਉਂ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਨੇ ਹਾਰ ਨਹੀਂ ਮੰਨੀ, ਯਾਨੀ ਈਨ ਨਹੀਂ ਮੰਨੀ ਜ਼ਾਲਮ ਦੀ। ਉਹ ਹਮੇਸ਼ਾ ਜਕਾਰੇ ਛੱਡਦੇ। ਅੱਜ ਵੀ ਤੁਹਾਨੂੰ ਚਮਕੌਰ ਦੇ ਵਿੱਚ ਤੇ ਫਤਿਹਗੜ੍ਹ ਸਾਹਿਬ ਦੀਆਂ ਨੀਹਾਂ ਦੇ ਵਿੱਚ ਖੜੇ ਚੜ੍ਹਦੀ ਕਲਾ ਵਿੱਚ ਤੁਹਾਨੂੰ ਦਿਸਣਗੇ। ਇਉਂ ਗੁਰਮੁਖ ਪੁਰਖਾਂ ਦੀ ਸਦਾ ਜਿੱਤ ਹੁੰਦੀ ਹੈ। ਆਮ ਦੁਨੀਆ ਸਮਝਦੀ ਵੀ ਪਤਾ ਨਹੀਂ ਗੁਰਮੁਖ ਹਾਰ ਗਿਆ, ਪਰ ਹਾਰ ਚੱਲੇ ਗੁਰਮੁਖ ਜਗ ਜੀਤਾ। ਜਿਹੜੇ ਗੁਰਮੁਖ ਨੇ ਉਹ ਜਗਤ ਨੂੰ ਜਿੱਤ ਕੇ ਮੁੜਦੇ ਨੇ। ਮਨ ਜੀਤਾ ਜਗ ਜੀਤ, ਮਰਨਾ ਹਾਰ ਨਹੀਂ ਹੁੰਦੀ ਹੈ। ਇਸ ਲਈ ਸੋ ਚੜ੍ਹਦੀ ਕਲਾ ਦੇ ਪ੍ਰਤੀਕ ਸਾਹਿਬਜ਼ਾਦੇ ਅੱਜ ਵੀ ਸਾਡੀ ਅਗਵਾਈ ਕਰ ਰਹੇ ਨੇ। ਮਿੰਟ ਮਿੰਟ ਤੇ ਪਲ ਪਲ ਉਹ ਸਾਡੀ ਮਾਨਸਿਕ ਸਥਿਤੀ ਨੂੰ ਬਲ ਬਖਸ਼ਿਸ਼ ਕਰ ਰਹੇ ਹਨ। ਇਸੇ ਲਈ ਅਰਦਾਸ ਦੇ ਵਿੱਚ ਆਪਾਂ ਡੇਲੀ ਮਹਾਰਾਜ ਦੇ ਅੱਗੇ ਖੜੋ ਕੇ ਕਹਿੰਦੇ ਆ ਵੀ ਸਾਹਿਬਜ਼ਾਦੇ ਪੰਜਾਂ ਪਿਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਧਿਆਨ ਧਾਰਨ ਦਾ ਮਤਲਬ ਕੀ ਹੈ ਕਿ ਉਹਨਾਂ ਦਾ ਧਿਆਨ ਧਾਰਨ ਤੋਂ ਮਨ ਚੜ੍ਹਦੀ ਕਲਾ ਦੇ ਵਿੱਚ ਜਾਂਦਾ ਹੈ। ਇਸ ਲਈ ਮਨਮੁਖ ਹਾਰਦਾ ਹੈ, ਗੁਰਮੁਖ ਜਿੱਤਦਾ ਹੈ। ਸੱਚੋਂ ਔਰ ਸਭ ਕੋ ਉੱਪਰ ਸੱਚ ਆਚਾਰ, ਝੂਠ ਹਮੇਸ਼ਾ ਹੀ ਹਾਰਿਆ ਹੁੰਦਾ ਹੈ। ਜਿਹੜਾ ਬੰਦਾ ਕਿਸੇ ਤੇ ਫਾਈਟ ਕਰਦਾ, ਸਮਝ ਲਓ ਉਹਦਾ ਵਸ ਨਹੀਂ ਚੱਲ ਰਿਹਾ, ਮੈਨੂੰ ਮਾਫ ਕਰਨਾ, ਘਰ ਵਾਲੀ ਨੂੰ ਵੀ ਕੁੱਟਣਾ ਮਿੱਟੀ ਦੀ ਬੋਰੀ ਕੁੱਟਣ ਦੇ ਬਰਾਬਰ ਹੈ। ਕੋਈ ਬਹਾਦਰੀ ਦਾ ਕਾਰਨਾਮਾ ਨਹੀਂ ਹੈ। ਜੇ ਕੋਈ ਚੁੱਭਵੀਂ ਗੱਲ ਕਿਸੇ ਨੇ ਕਹਿ ਦਿੱਤੀ ਹੈ ਗੁੱਸੇ ਵਿੱਚ, ਤੇ ਉਹਨੂੰ ਫਾਈਟ ਕਰਨਾ ਮਤਲਬ ਸਾਡਾ ਵਸ ਨਹੀਂ ਚੱਲਿਆ। ਆਪਾਂ ਚੰਗੇ ਨਹੀਂ ਬਣੇ ਤਾਂ ਅਗਲੇ ਨੇ ਮੂੰਹ ਤੇ ਬੋਲ ਦਿੱਤਾ ਤੇ ਉਹਦੇ ਵਿੱਚ ਕੋਈ ਬੁਰੀ ਬਾਤ ਨਹੀਂ, ਉਹਨੂੰ ਮੰਨਣਾ ਚਾਹੀਦਾ ਵੀ ਸਾਡੀ ਗਲਤੀ ਹੈ। ਫਾਈਟ ਕਰਨਾ ਹਾਰੇ ਹੋਏ ਦੀ ਨਿਸ਼ਾਨੀ ਹੈ। ਹਥਿਆਰ ਬੰਦਾ ਹਾਰਿਆ ਹੀ ਚੁੱਕਦਾ। ਤੇ ਇਸ ਵਾਸਤੇ ਜਿਹਦਾ ਕੋਈ ਹੋਰ ਵਸ ਨਾ ਚੱਲੇ, ਵਾਹ ਪੇਸ਼ ਨਾ ਚੱਲੇ, ਤੋ ਜਿਹੜੀ ਵਿਚਾਰਾਂ ਦੀ ਜੰਗ ਹੈ, ਵੇਖੋ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਸਿੱਧਾਂ ਨੂੰ ਸ਼ਬਦ ਦੇ ਨਾਲ ਜਿੱਤਿਆ। ਸ਼ਬਦ ਸਾਧ ਸਿੱਧਾਂ ਵਿੱਚ ਆਈ। ਮਰਦਾਨਾ ਕਹਿੰਦਾ ਸੀ ਮਹਾਰਾਜ ਜੀ ਤੁਹਾਡੇ ਵਿਰੁੱਧ ਬੋਲਦੇ ਨੇ ਤੇ ਤੁਹਾਨੂੰ ਬਾਲਾ ਬਾਲਾ ਕਹਿੰਦੇ, ਮੈਨੂੰ ਚੰਗਾ ਨਹੀਂ ਲੱਗਦਾ, ਇਹਨਾਂ ਦੀ ਵੱਖੀ ਜੀ ਕਸੁੰਨ ਜਣਾ। ਮਰ ਕਹਿੰਦੇ ਨਹੀਂ ਨਹੀਂ ਮਰਦਾਨਾ ਜੀ, ਆਪਾਂ ਵਿਚਾਰਾਂ ਦੇ ਨਾਲ ਹੀ ਇਹਨਾਂ ਨੂੰ ਜਿੱਤਾਂਗੇ। ਸ਼ਬਦ ਜਿੱਤੀ ਸਿੱਧ ਮੰਡਲੀ ਤੇ ਸ਼ਬਦ ਸਾਧ ਸਿੱਧਾਂ ਵਿੱਚ ਆਈ। ਮਹਾਰਾਜ ਨੇ ਸ਼ਬਦ ਦੇ ਦੁਆਰਾ ਸ਼ਾਂਤੀ ਬਖਸ਼ਿਸ਼ ਕੀਤੀ ਹੈ। ਤੋ ਇਸ ਲਈ ਕ੍ਰੋਧ ਕਰਨਾ ਜਾਂ ਮਾਰਨਾ, ਅੱਗ ਬਬੂਲਾ ਹੋਣਾ, ਵਜੀਦੇ ਦਾ ਕੋਈ ਵਸ ਨਹੀਂ ਚੱਲਿਆ, ਕੋਈ ਵਾਹ ਪੇਸ਼ ਨਹੀਂ ਚੱਲੀ। ਗੁਰੂ ਗੋਬਿੰਦ ਸਿੰਘ ਜੀ ਦਾ ਪਕੜਿਆ ਨਹੀਂ ਗਿਆ। ਹਥਿਆਰ ਚੁੱਕਣ ਦਾ ਫਾਇਦਾ ਤਾਂ ਜੇ ਬਰਾਬਰ ਨਾਲ ਮੁਕਾਬਲਾ ਹੋਵੇ। ਕਲਗੀਆਂ ਵਾਲੇ ਮਹਾਰਾਜ ਦਾ ਤਾਂ ਮੁਕਾਬਲਾ ਕਰ ਨਹੀਂ ਪਾਇਆ, ਉਹ ਤਾਂ ਜਿਉਂਦੇ ਨਿਕਲ ਗਏ। ਸਾਹਿਬਜ਼ਾਦਿਆਂ ਦੇ ਉੱਪਰ ਉਹਨੇ ਆਪ ਦਾ ਜ਼ੋਰ ਅਜ਼ਮਾ ਲਿਆ, ਪਰ ਉਹ ਹਾਰਿਆ ਹੋਇਆ ਸੀਗਾ। ਸਾਹਿਬਜ਼ਾਦੇ ਹਮੇਸ਼ਾ ਹੀ ਜਿੱਤੇ ਹੋਏ ਹਨ। ਇਸ ਵਾਸਤੇ ਸੋ ਜਿਹੜੇ ਗੁਰਮੁਖ ਨੇ, ਭਾਵੇਂ ਕੋਈ ਉਹਨਾਂ ਨੂੰ ਮਾਰ ਵੀ ਦੇਵੇ, ਕੁੱਟ ਵੀ ਦੇਵੇ, ਕੋਈ ਉਹਨਾਂ ਦਾ ਨੁਕਸਾਨ ਵੀ ਕਰ ਦੇਵੇ,
ਕੁਛ ਵੀ ਤਰੀਕੇ ਦੇ ਨਾਲ ਜੋ ਮਰਜ਼ੀ ਕਰੇ, ਪਰ ਸੱਚ ਤਾਂ ਸੱਚ ਹੀ ਹੈ। ਉਹ ਸਭ ਦੇ ਉੱਪਰ ਹੈ, ਸੱਚੋਂ ਉਰੈ ਸਭ ਕੋ ਉੱਪਰ ਸੱਚ ਚਾਰ। ਅੰਤ ਨੂੰ ਜਿੱਤ ਸੱਚ ਦੀ, ਗੁਰਮੁਖ ਦੀ ਹੁੰਦੀ ਹੈ, ਤੋ ਝੂਠ ਹਮੇਸ਼ਾ ਹਾਰਿਆ ਹੁੰਦਾ। ਜਿਵੇਂ ਹਰਨਾਕਸ਼ ਨੇ ਜ਼ੋਰ ਲਾ ਲਿਆ, ਪਰ ਪ੍ਰਹਿਲਾਦ ਨੂੰ ਆਪਦੀ ਇਹ ਨਹੀਂ ਬਣਾ ਸਕਿਆ। ਆਖਰ ਜਿੱਤ ਪ੍ਰਹਿਲਾਦ ਦੀ ਹੋਈ। ਇੰਜ ਸੋ ਪਾਤਸ਼ਾਹ ਜੀ ਕਥਨ ਕਰਦੇ ਹਨ, ਮਨਮੁਖ ਹਾਰ ਗੁਰਮੁਖ ਸਦ ਜੀਤਾ। ਸੋ ਕਿਸੇ ਦੀ ਈਨ ਨਾ ਮੰਨੋ, ਸੱਚ ਦੇ ਉੱਪਰ ਪਹਿਰਾ ਦਿਓ, ਤੁਹਾਡਾ ਕੋਈ ਵੀ ਨੁਕਸਾਨ ਨਹੀਂ ਕਰ ਸਕਦਾ। ਗੁਰਮੁਖ ਬਣੀਏ। ਤੇ ਜਿਹੜੇ ਮਨਮੁਖ ਨੇ ਉਹ ਪਹਿਲਾਂ ਹੀ ਹਾਰੇ ਹੋਏ ਹਨ। ਕੋਈ ਵੀ ਦਬਕਾ ਮਾਰ ਕੇ ਡਰਾਉਣ ਦਾ ਯਤਨ ਕਰਦਾ, ਸਮਝ ਲਓ ਆਪ ਡਰਿਆ ਹੋਇਆ ਹੈ। ਇਸ ਲਈ ਗੁਰਮੁਖ ਹਮੇਸ਼ਾ ਜਿੱਤਦੇ ਨੇ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਜਿੱਤ ਕੇ ਤੇ ਜਿਹੜਾ ਮਨਮੁਖੀ ਬਣਿਆ ਹੋਇਆ ਹੈ, ਮਨਮੁਖ ਹਾਰ, ਮੁਖੀ ਮਨ ਨੂੰ ਹਰਾ ਦਿੰਦੇ ਨੇ। ਤੇ ਗੁਰਮੁਖ ਆਪਦਾ ਮੁਖ ਗੁਰਾਮਲ ਕਰਕੇ ਹਮੇਸ਼ਾ ਹੀ ਜਿੱਤ ਪ੍ਰਾਪਤ ਕਰਦੇ ਨੇ। ਸਭ ਤੋਂ ਵੱਡੀ ਸੂਰਮਗਤੀ ਇਹ ਹੈ ਕਿ ਮਨ ਨੂੰ ਮਾਰ ਲੈਣਾ। ਮਨਮੁਖ ਜਿਹੜਾ ਮੁਖੀ ਬਣਿਆ ਹੋਇਆ, ਮਨ ਨੂੰ ਹਰਾ ਦੇਣਾ। ਮਨ ਮਾਰੇ ਬਿਨ ਭਗਤ ਨਾ ਹੋਈ। ਜਿੰਨਾ ਚਿਰ ਮਨ ਨਹੀਂ ਮਰਦਾ ਉਹਨਾਂ ਚਿਰ ਭਗਤੀ ਨਹੀਂ ਹੁੰਦੀ। ਜੇ ਸਾਡਾ ਮਨ ਚਾਹੁੰਦਾ ਵੀ ਅਸੀਂ ਨੱਚੀਏ ਕੁੱਦੀਏ, ਕਈ ਕਹਿੰਦੇ ਸੇ ਨੱਚਣ ਕੁੱਦਣ ਮਨ ਕਾ ਚਾਓ, ਗੁਰੂ ਨਾਨਕ ਸਾਹਿਬ ਨੇ ਵੀ ਲਿਖਿਆ। ਪਰ ਮਨ ਦੇ ਪਿੱਛੇ ਲੱਗ ਕੇ ਇਹਨੂੰ ਚਾਅ ਮਲ੍ਹਾਰ ਦੇ ਵਿੱਚ ਹੀ ਨਹੀਂ ਲਾਈ ਰੱਖਣਾ, ਇਹਨੂੰ ਮਾਰ ਕੇ ਭਗਤੀ ਵੀ ਕਰਨੀ ਹੈ। ਨੱਚਣਾ ਕੁੱਦਣਾ ਭਗਤੀ ਨਹੀਂ ਹੈ, ਮਨ ਨੂੰ ਪ੍ਰਸੰਨ ਕਰਨ ਦੀ ਗੱਲ ਹੈ। ਤੋ ਇਸ ਵਾਸਤੇ ਜੇ ਭਗਤੀ ਹੈ ਤਾਂ ਮਨ ਮਾਰ ਕੇ ਹੋਏਗੀ, ਮਨ ਮਾਰੇ ਬਿਨ ਭਗਤ ਨਾ ਹੋਈ। ਤੋ ਇਸ ਲਈ ਆਪਣੇ ਮੁਖੀ ਮਨ ਨੂੰ ਹਰਾ ਕੇ ਤੇ ਮੁਖ ਗੁਰਾਮਲ ਕਰਕੇ ਗੁਰਮੁਖ ਹਮੇਸ਼ਾ ਹੀ ਜਿੱਤ ਪ੍ਰਾਪਤ ਕਰਦੇ। ਜਿਸ ਕਰਕੇ ਜਾਕੋ ਹਰ ਰੰਗ ਲਾਗੂ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ। ਆਤਮ ਜਨੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਇੱਥੇ ਆਤਮ ਦਾ ਅਰਥ ਮਨ ਹੈ। ਉਹ ਮਨ ਨੂੰ ਜਿੱਤਦੇ ਹਨ ਜਿਨ੍ਹਾਂ ਦਾ ਪੂਰਾ ਗੁਰੂ ਹੈ। ਮਨ ਜੀਤੇ ਜਗ ਜੀਤ, ਉਹ ਫਿਰ ਜਗਤ ਨੂੰ ਜਿੱਤਣ ਵਾਲੇ ਸੂਰਮੇ ਕਹਿਲਾਉਂਦੇ ਹਨ। ਗੋਂਡ ਮਹੱਲਾ ਪੰਜਵਾ। ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਨਾਮ ਨਰੰਜਨ ਨੀਰ ਨਾਰਾਇਣ। ਜੋ ਸ਼ੁੱਧ ਪਰਮੇਸ਼ਰ ਦਾ ਨਾਮ ਹੈ, ਨਾਰਾਇਣ ਪਰਮੇਸ਼ਰ ਦਾ ਨਾਮ, ਇਹ ਮਾਇਆ ਕਾਲਖ ਤੋਂ ਰਹਿਤ ਹੈ। ਜੋ ਪਾਣੀ ਵੱਤ ਸ਼ੁੱਧ ਹੈ, ਉਹ ਮਨ ਰੂਪ ਬਸਤਰ ਚੋਂ ਪਾਪ ਰੂਪੀ ਮੈਲ ਧੋਣ ਵਾਲਾ ਸ਼ੁੱਧ ਸਰੂਪ ਪਰਮੇਸ਼ਰ ਦਾ ਨਾਮ ਅੰਮ੍ਰਿਤ ਹੈ। ਇਹ ਪਾਣੀ ਦੀ ਤਰ੍ਹਾਂ ਮਨ ਨੂੰ ਠੰਡਾ ਠਾਰ ਕਰਨ ਵਾਲਾ ਹੈ। ਰਸਨਾ ਸਿਮਰਤ ਪਾਪ ਬਲਾਇਣ। ਨੱਕ ਚੋਂ ਨਸੀਰ ਫੁੱਟੇ ਤੇ ਪਹਿਲੀ ਵਾਰੀ ਤਾਂ ਮੈਂ ਘਬਰਾ ਗਿਆ, ਤੇ ਮੈਨੂੰ ਜਨਮ ਤੋਂ ਹੀ ਬਿਮਾਰੀ ਹੈ। ਤੇ ਮੈਡਮਾਂ ਵੀ ਘਬਰਾ ਗਈਆਂ ਵੀ ਬੱਚੇ ਨੂੰ ਕੀ ਹੋ ਗਿਆ। ਫਿਰ ਕਿਸੇ ਨੇ ਤਰੀਕਾ ਦੱਸਿਆ ਵੀ ਘਬਰਾਉਣ ਦੀ ਲੋੜ ਨਹੀਂ ਹੈ, ਸਿਰ 'ਚ ਪਾਣੀ ਪਾਓ। ਪਾਣੀ 'ਚ ਇਹੋ ਜਿਹਾ ਗੁਣ ਹੈ, ਬੰਦੇ ਦਾ ਦਿਮਾਗ ਬਦਲਾਇਆ ਹੋਏ ਤੇ ਪਾਣੀ ਪਾ ਕੇ ਐ ਠੰਡਾ ਠਾਰ ਤਰੋ ਤਾਜ਼ਾ ਹੋ ਜਾਂਦਾ। ਇਸ ਲਈ ਨਾਨਕ ਜੇ ਸਿਰ ਖੁੱਥੇ ਨਾਮ ਨਾਹੀ। ਜਿਹੜੇ ਸਿਰ ਖੁੱਤੜੇ ਸਵੇਰੇ ਸਵੇਰ ਵੀ ਨਹੀਂ ਨਹਾਉਂਦੇ ਤੇ ਨਾ 7 ਚੱਟੇ ਸਿਰ ਛਾਈ, 7 ਜਾਂ 100 ਬੁੱਕ ਚੁੱਲ੍ਹੇ ਦੀ ਸਵਾਹ ਲੈ ਕੇ, ਜਿੱਤੇ ਮਾਈ ਨੇ ਸਾਗ ਬਣਾਇਆ ਹੋਵੇ ਚੰਗਾ ਭਰਿਆ ਹੁੰਦਾ ਸਵਾਹ ਨਾਲ, 100 ਬੁੱਕ ਭਰ ਕੇ ਉਹਦੇ ਸਿਰ 'ਚ ਪਾਓ ਵੀ ਮੂਰਖਾ, ਤੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਮਨੁੱਖਾ ਜਨਮ 'ਚ ਆਇਆ। ਆ ਕੁੱਤੇ ਬਿੱਲੇ ਚਿੜੀਆਂ ਕਾਂ ਵੀ ਚਰਨ ਗੰਗਾ 'ਚ ਨਹਾਉਂਦੇ ਨੇ ਤੇ ਤੂੰ ਟੂਟੀ ਥੱਲੇ ਹੁੰਦਾ ਹੀ ਨਹੀਂ। ਤੂੰ ਇੰਨਾ ਵੀ ਕਾਹਦਾ ਡਰ ਹੋਇਆ, ਬੰਦਾ ਮਰਤ ਨਹੀਂ ਚੱਲਿਆ। ਪਾਣੀ ਨਾਲ ਦਿਮਾਗ ਸਹੀ ਹੁੰਦਾ ਹੈ, ਇਸ ਲਈ ਸਿਰ 'ਚ ਪਾਣੀ ਪਾਉਣ ਦੇ ਨਾਲ ਦਿਮਾਗ ਟਿਕਾਣੇ ਆਉਂਦਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਧਨ ਭਏ ਅਰੋਗਾ। ਕੋਟ ਬਿਘਨ ਲਾਥੇ ਪ੍ਰਭ ਸਰਨਾ, ਪ੍ਰਗਟੇ ਭਲੇ ਸੰਜੋਗਾ। ਆ ਟੁੱਟੀ ਗੰਢੀ ਸਾਹਿਬ ਗੁਰਦੁਆਰਾ ਸਾਹਿਬ ਮੁਕਤਸਰ ਸਾਹਿਬ ਮੈਨੂੰ ਯਾਦ ਹੈ। ਕਥਾ ਤਾਂ ਮਹਾਰਾਜ ਨੇ ਕਿਰਪਾ ਕੀਤੀ ਚੰਗੀ ਭਲੀ। ਉੱਠਦਿਆਂ ਸਾਰੀ
ਜਦੋਂ ਵੀ ਮੌਸਮ ਤਬਦੀਲ ਹੋਏ, ਅੰਦਰ ਦਾ ਥੋੜਾ ਹੋਰ ਸੀਗਾ, ਨਿਕਲਦਿਆਂ ਸਾਰ ਹੀ ਮੈਂ ਵੇਖਿਆ ਵੀ ਹੁਣ ਕੀ ਕਰੀਏ। ਸਰੋਵਰ ਵੀ ਦੂਰ ਸੀਗਾ ਤੇ ਪਿੱਛੇ ਜਿਹੜਾ ਦਰਖਤ ਜੰਡ ਦਾ ਜਿਹਦੇ ਨਾਲ ਮਹਾਰਾਜ ਨੇ ਘੋੜਾ ਬੰਨਿਆ, ਉਹ ਲਾਗੇ ਜੇ ਵੇਖ ਕੇ ਟੂਟੀ ਖੁੱਲੀ ਛੱਡੀ, ਦਸਤਾਰ ਲਾਈ ਤੇ ਚਲੋ ਸਿਰ 'ਚ ਪਾਣੀ। ਉਸੇ ਵਕਤ ਦਿਮਾਗ ਟਿਕਾਣੇ ਆ ਜਾਂਦਾ। ਪਾਣੀ 'ਚ ਗੁਣ ਹੈ। ਇਸੇ ਤਰ੍ਹਾਂ ਜੋ ਵਾਹਿਗੁਰੂ ਜੀ ਦਾ ਨਾਮ ਹੈ, ਇਹ ਫਸਟ ਏਡ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਕਹਿਣ ਦੇ ਨਾਲ ਉਸੇ ਵਕਤ ਹੀ, ਇਹ ਨਹੀਂ ਵੀ ਹੁਣ ਤੁਸੀਂ ਆਖੋਗੇ ਤੇ ਇਹਦਾ ਲਾਭ ਤੁਹਾਨੂੰ ਕੱਲ੍ਹ ਨੂੰ ਮਿਲੂਗਾ, ਜਾਂ ਇਸ ਜਨਮ ਦੇ ਵਿੱਚ ਤੁਸੀਂ ਵਾਹਿਗੁਰੂ ਆਖੋਗੇ ਸ਼ਾਂਤੀ ਤੁਹਾਨੂੰ ਅਗਲੇ ਜਨਮ 'ਚ ਮਿਲੇਗੀ। ਮੈਂ ਤਾਂ ਨਹੀਂ ਮੰਨਦਾ। ਹੁਣੇ ਕਹੋਗੇ, ਹੁਣੇ ਤੁਹਾਨੂੰ ਉਸੇ ਵਕਤ ਹੀ, ਜਿਸ ਤਰ੍ਹਾਂ ICU ਦੇ ਵਿੱਚ, ਐਮਰਜੈਂਸੀ ਦੇ ਵਿੱਚ ਸੇਵਾਵਾਂ ਹੁੰਦੀਆਂ ਨੇ, ਉਸੇ ਵਕਤ ਮਹਾਰਾਜ ਦਾ ਨਾਮ ਅਸਰ ਕਰੂਗਾ। ਫਿਰ ਇੱਕ ਵਾਰ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ। ਜਮ ਕੰਕਰ ਨੇੜ ਨਾ ਆਇਆ। ਕੰਕਰ ਭਾਵੇਂ ਹੁੰਦੀ ਛੋਟੀ ਹੈ, ਪਰ ਜੇ ਅੱਖ 'ਚ ਪੈ ਜਾਏ ਤਾਂ ਲੱਗ ਪਤਾ ਜਾਂਦਾ। ਫਿਰ ਡਾਕਟਰ ਕੋਲ ਹੋਵੇ ਨਾ ਤੇ ਅੱਖ ਦੇ ਵਿੱਚੋਂ ਪਈ ਕੰਕਰ ਆਪਾਂ ਖੁਦ ਆਪ ਨਹੀਂ ਕੱਢ ਸਕਦੇ। ਤੇ ਜਿਨ੍ਹਾਂ ਦੀ ਜੌਬ ਖਰਾਦੀਆਂ ਦੀ ਹੈ, ਲੋਹੇ ਨੂੰ ਖਰਾਦ 'ਤੇ ਲਾ ਕੇ, ਤੇ ਜੇ ਗਾਫਲਤਾਈ ਨਾਲ ਬੰਦਾ ਉੱਥੇ ਕੰਮ ਕਰੀ ਜਾਏ, ਮਾੜਾ ਮੋਟਾ ਕੋਈ ਪੀਸ ਉੱਡ ਕੇ ਅੱਖ 'ਚ ਪੈ ਗਿਆ, ਉਹ ਤਾਂ ਹੋਰ ਵੀ ਨੁਕਸਾਨਦੇਹ ਹੈ। ਤੋ ਸਿਆਣੇ ਬੰਦੇ ਕੋਰੇ ਨੋਟ ਦੀ ਨੁੱਕਰ ਬਣਾ ਕੇ ਉਹਦੇ ਨਾਲੋਂ ਕੱਢਦੇ ਨੇ। ਜਿਹੜੀ ਆਮ ਕੰਕਰ ਹੈ, ਉਹ ਵੀ ਡਾਕਟਰ ਬੈਟਰੀ ਨਾਲ ਵੇਖ ਕੇ ਚੰਗੇ ਤਰੀਕੇ ਦੇ ਨਾਲ ਉਹ ਕੱਢ ਕੇ ਤੇ ਬੰਦੇ ਨੂੰ ਸੁਖੀ ਕਰਦੇ ਨੇ। ਤੇ ਇਸ ਲਈ ਜਦੋਂ ਵੀ ਕਿਸੇ ਵਹੀਕਲ, ਸਾਈਕਲ, ਸਕੂਟਰ 'ਤੇ ਐਨਕਾਂ ਤੋਂ ਬਗੈਰ ਜਾਣਾ ਮੁਨਾਸਬ ਨਹੀਂ। ਅੱਖਾਂ ਇੱਕ ਨਾਜ਼ੁਕ ਚੀਜ਼ ਨੇ, ਉਹਨੂੰ ਬਚਾਉਣਾ ਪੈਂਦਾ। ਗੁਰੂ ਜੀ ਨੇ ਉਦਾਹਰਣ ਦਿੱਤੀ ਹੈ। ਕੰਕਰ ਭਾਵੇਂ ਛੋਟੀ ਹੈ, ਪਰ ਉਹ ਅੱਖ ਨੂੰ ਦੁਖੀ ਕਰਦੀ ਹੈ। ਇੰਜ ਕੰਕਰ ਦੀ ਤਰ੍ਹਾਂ ਯਮਦੂਤ ਦੁੱਖ ਦੇਣ ਵਾਲਾ ਉਹਨਾਂ ਪੁਰਖਾਂ ਦੇ ਨੇੜੇ ਨਹੀਂ ਆਇਆ। ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸਰਨੀ ਪਾਇਆ। ਜੋ ਗੁਰੂ ਨਾਨਕ ਸਾਹਿਬ ਦੇ ਸ਼ਰਨ ਦੇ ਵਿੱਚ ਪਏ ਨੇ, ਮਹਾਰਾਜ ਦਾ ਨਾਮ ਜਪਦੇ ਨੇ। ਧਨਾਸਰੀ ਮਹੱਲਾ ਪੰਜਵਾ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ। ਹਾਥ ਦੇ ਰਾਖੈ ਆਪਣੇ ਕੋ, ਸਾਸ ਸਾਸ ਪ੍ਰਤਪਾਲੇ। ਨਾਮ ਨਰੰਜਨ ਨੀਰ ਨਾਰਾਇਣ। ਪਾਣੀ ਠੰਡਾ ਠਾਰ ਕਰਨੇ ਵਾਲਾ ਹੈ, ਇਸ ਤਰ੍ਹਾਂ ਵਾਹਿਗੁਰੂ ਦਾ ਨਾਮ ਮਨ ਨੂੰ ਸੀਤਲ ਕਰਨੇ ਵਾਲਾ। ਚੰਦਨ ਚੰਦ ਨਾ ਸਰਦ ਰੁੱਤ। ਬਾਹਰ ਜਿੰਨੀ ਮਰਜ਼ੀ ਠੰਡ ਹੈ, ਪਰ ਅੰਦਰ ਸਾਡੀ ਹੀਟ ਹੈ। ਤੋ ਇਸੇ ਪ੍ਰਕਾਰ ਮਨ ਤਪਦਾ ਪਿਆ ਹੈ, ਕਾਮ ਦੀ ਅੱਗ ਦੇ ਨਾਲ, ਕ੍ਰੋਧ ਦੀ ਅੱਗ ਦੇ ਨਾਲ ਵਿਸ਼ਵਕਾਰੀ ਹੋਇਆ ਪਿਆ ਹੈ। ਬੰਦਾ ਪਾਗਲੇ ਦਾ ਦਿਮਾਗ ਬੌਂਦਲਿਆ ਪਿਆ ਹੈ। ਆਪਣਾ ਤੇ ਪਰਾਇਆ ਪਹਿਚਾਣਦਾ ਨਹੀਂ। ਆਪਣਾ ਪਰਾਇਆ ਨਾ ਪਛਾਣਈ, ਖਸਮੋਂ ਧੱਕੇ ਖਾਏ। ਜਦ ਨਾਮ ਜਪੀ ਦਾ ਦਿਮਾਗ ਟਿਕਾਣੇ ਆ ਜਾਂਦਾ, ਪਾਗਲਪਣਾ ਖਤਮ ਹੋ ਜਾਂਦਾ। ਤੇ ਇਸ ਲਈ ਸਾਡੇ ਗੁਰੂਆਂ ਨੇ ਪਹਿਲਾਂ ਅੰਮ੍ਰਿਤ ਛਕਾਇਆ, ਅੰਮ੍ਰਿਤ ਛਕਾ ਕੇ ਠੰਡਾ ਠਾਰ ਕੀਤਾ, ਫਿਰ ਨਾਲ ਮੂਲ ਮੰਤਰ ਵਾਹਿਗੁਰੂ ਮੰਤਰ ਬਖਸ਼ਿਆ, ਕਿਰਪਾਨ ਪਵਾਈ ਹੈ, ਨਾਲ ਧੀਰਜ ਦਿੱਤੀ ਹੈ, ਨਾਮ ਦਿੱਤਾ, ਬਾਣੀ ਦਿੱਤੀ ਹੈ ਵੀ ਇਹਨੂੰ ਵਰਤਣਾ ਕਿਵੇਂ ਹੈ। ਪਾਗਲਪਣ ਦੇ ਵਿੱਚ ਨਹੀਂ ਵਰਤਣਾ, ਕਿਸੇ ਦੇ ਨੁਕਸਾਨ ਹਿੱਤ ਨਹੀਂ ਵਰਤਣਾ। ਇਉਂ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ। ਮਨ ਨੂੰ ਬੰਨ੍ਹ ਦਿੱਤਾ, ਸੰਤੋਖ ਦਾ ਬੰਨ ਪਾ ਕੇ ਔਗਣਾਂ ਤੇ ਵਿਕਾਰਾਂ ਵੱਲੋਂ। ਇਹੋ ਜਿਹਾ ਨਿਰੰਜਨ ਦਾ ਨਾਮ ਹੈ, ਜੋ ਸ਼ੁੱਧ ਸਰੂਪ, ਮਨ ਨੂੰ ਸੀਤਲ ਕਰਨ ਵਾਲਾ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਘਾਮ ਦਾ ਅਰਥ ਗਰਮੀ। ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਜਿਹੜੇ ਗਰਮੀ ਦੀ ਬਿਮਾਰੀ ਦੇ ਮਰੀਜ਼ ਨੇ, ਉਹ ਸਰਦੀਆਂ 'ਚ ਜ਼ਿਆਦਾ ਦੁਖੀ ਹੁੰਦੇ ਨੇ। ਮੇਰੇ ਵਰਗੇ ਜ਼ਿਆਦਾ ਪ੍ਰੋਬਲਮ ਹੁੰਦੀ ਹੈ, ਕਿਉਂਕਿ ਬੰਦਾ ਭੁਲੇਖੇ 'ਚ ਗਰਮ ਚੀਜ਼ਾਂ ਖਾਈ ਜਾਂਦਾ, ਤੇ ਫਿਰ ਉਹ ਦਿਮਾਗ ਜਿਹੜਾ ਬੌਂਦਲ ਜਾਂਦਾ, ਭਾਰੀ ਹੋ ਜਾਂਦਾ। ਭੁਲੇਖਾ ਹੁੰਦਾ ਵੀ ਠੰਡ ਹੈ। ਤੋ ਇਸ ਵਾਸਤੇ ਮਹਾਰਾਜ ਕਹਿੰਦੇ ਵੀ ਜੋ ਵਾਹਿਗੁਰੂ ਜੀ ਦਾ ਨਾਮ ਹੈ, ਇਹ ਵਿਕਾਰਾਂ ਦੀ ਤਪਸ਼ ਤੋਂ
ਠੰਡਾ ਠਾਰ ਕਰਨੇ ਵਾਲਾ ਅਸਲ 'ਚ ਨਾਮ ਹੀ ਹੈ ਜਿਹੜਾ ਮਨ ਨੂੰ ਸੀਤਲ ਕਰਨ ਵਾਲਾ। ਨਾ ਤਾਂ ਚੰਦਨ, ਨਾ ਸਰਦੀ ਦੀ ਰੁੱਤ, ਨਾ ਹੀ ਚੰਦਰਮਾ ਆਦਿਕ। ਇਸ ਲਈ ਰਸਨਾ ਰਸਨਾ ਸਿਮਰਤ ਪਾਪ ਬਲਾਇਣ। ਇੱਕ ਵਾਰ ਫਿਰ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ। ਨਾਮ ਨੂੰ ਜ਼ਬਾਨ ਦੇ ਨਾਲ ਜਿਹੜਾ ਸਿਮਰਨਾ ਕਰਦੇ ਉਹਨਾਂ ਦੇ ਸਾਰੇ ਪਾਪ ਗੁਨਾਹ ਬਲਾਇਣ ਬੁਲਾ ਜਾਂਦੇ, ਛਪ ਜਾਂਦੇ, ਦੂਰ ਹੋ ਜਾਂਦੇ ਹਨ। ਰਹਾਉ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ। ਨਾਰਾਇਣ ਸਭ ਮਹੇ ਨਿਵਾਸ। ਮੈਂ ਪਰਸੋਂ ਵੀ ਬੇਨਤੀ ਕੀਤੀ ਸੀ, ਭਾਵੇਂ ਰਾਮ ਰਾਮ ਅੱਖਰ ਆਵੇ, ਰਾਮ ਰਾਮ ਵਿਸਰ ਨਹੀਂ ਜਾਏ, ਭਾਵੇਂ ਗੋਬਿੰਦ ਗੋਬਿੰਦ ਅੱਖਰ ਆਵੇ, ਸੋ ਸੰਤ ਗੋਬਿੰਦ ਕਹਿ ਕਹਿ ਕਾਮ, ਤੇ ਭਾਵੇਂ ਨਾਰਾਇਣ ਅੱਖਰ ਆਏ, ਅਰਥ ਵਾਹਿਗੁਰੂ ਦਾ ਹੀ ਆਪਾਂ ਕਰਨਾ ਹੁੰਦਾ। ਜਿੰਨੇ ਵੀ ਅੱਖਰ ਨੇ, ਨਾਰਾਇਣ ਹੈ, ਰਾਮ ਹੈ, ਗੋਬਿੰਦ ਹੈ, ਇਹ ਵਾਚਕ ਵਾਹਿਗੁਰੂ ਦੇ ਹੀ ਹਨ। ਇਸ ਲਈ ਨਾਰਾਇਣ ਵਾਹਿਗੁਰੂ ਦਾ ਅਰਥ ਹੈ। ਜਿਸ ਵਿੱਚ ਅਵਿਦਿਆ ਰੂਪੀ ਰਾਤ ਨਹੀਂ ਹੈ, ਉਹਦਾ ਸਾਰਿਆਂ ਦੇ ਵਿੱਚ ਵਾਸਾ ਵਾਹਿਗੁਰੂ ਜੀ ਦਾ। ਨਾਰਾਇਣ ਘਟ ਘਟ ਪਰਗਾਸ। ਜਿਸ ਪਰਮੇਸ਼ਰ ਦਾ ਨਰਾਂ ਨਰਾਂ ਵਿੱਚ ਘਰ ਹੈ, ਉਹ ਵਾਹਿਗੁਰੂ ਚਾਰੇ ਖਾਣੀਆਂ ਦੇ ਘਟਾਂ ਘਟਾਂ 'ਚ ਪ੍ਰਕਾਸ਼ ਰਿਹਾ ਹੈ। ਨਾਰਾਇਣ ਕਹਤੇ ਨਰਕ ਨ ਜਾਹੇ। ਜਿਸ ਪਰਮੇਸ਼ਰ ਦੇ ਹਿਰਦੇ 'ਚ ਜੀਵਾਂ ਦੇ ਦੁਸ਼ਮਣ ਕਾਮ ਕ੍ਰੋਧ ਆਦਿਕ ਵਿਕਾਰਾਂ ਦਾ ਘਰ ਨਹੀਂ ਹੈ, ਉਸ ਪਰਮੇਸ਼ਰ ਦਾ ਨਾਮ ਕਥਨ ਕਰਨ ਵਾਲੇ ਪੁਰਖ ਨਰਕਾਂ 'ਚ ਨਹੀਂ ਜਾਂਦੇ। ਨਾਰਾਇਣ ਸੇਵ ਸਗਲ ਫਲ ਪਾਹੇ। ਜੋ ਨਾਰਾਇਣ ਪਰਮੇਸ਼ਰ ਨੂੰ ਸੇਵਨਾ ਕਰਦੇ, ਭਜਨਾ ਕਰਦੇ, ਉਹ ਸਾਰੇ ਧਰਮ ਅਰਥ ਕਾਮ ਮੋਖ ਫਲ ਪ੍ਰਾਪਤ ਕਰ ਲੈਂਦੇ ਹਨ। ਨਾਰਾਇਣ ਮਨ ਮਾਹੇ ਆਧਾਰ। ਇਹ ਭਾਈ ਪਰਮੇਸ਼ਰ ਦੇ ਨਾਮ ਨੂੰ ਚਿੱਤ ਦੇ ਵਿੱਚ ਆਸਰਾ ਬਣਾ ਲੈਣਾ ਕਰੋ। ਸੋ ਤੂੰ ਮੇਰੋ ਮੇਰ ਪ੍ਰਭ ਤੂੰ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਰ ਨਾ ਹਮ ਗਿਰਤੇ, ਰੱਖ ਲੈਨੀ ਹਰ ਮੇਰੀ। ਪੰਜ ਸਰਪੰਚ ਵੀ ਕਈ ਵਾਰ ਦੂਜੇ ਨਾਲ ਰਲ ਜਾਂਦੇ, ਪੁਲਸੀਏ ਵੀ ਨਹੀਂ ਸੁਣਦੇ। ਮੰਤਰੀਆਂ ਦੇ ਕੋਲ ਤਾਂ ਭਲਾ ਸਾਡੀ ਪਹੁੰਚ ਹੀ ਨਹੀਂ ਹੈ, ਨਾ ਕੋਈ ਭਰਾ ਇੱਥੇ, ਨਾ ਕੋਈ ਭੈਣ, ਨਾ ਗੱਲ ਨਾ ਬਾਤ। ਸਗੀ ਮਾਂ ਵੀ ਪਤਾ ਨਹੀਂ ਕਿੱਥੇ ਬੈਠੀ, ਕਿ ਉਹਨੂੰ ਵੀ ਕਿੱਥੋਂ ਬੁਲਾਵਾਂਗੇ। ਸੋ ਮਾਤ ਪਿਤਾ ਸੁਤ ਬੰਧ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਸੋ ਵਾਹਿਗੁਰੂ ਨੂੰ ਆਪ ਦੇ ਮਨ ਦਾ ਆਸਰਾ ਬਣਾਉਂਗੇ ਤਾਂ ਹਰ ਵਕਤ ਮਹਾਰਾਜ ਸਦ ਹਜੂਰ ਹਾਜ਼ਰ ਹੈ, ਨਾਜ਼ਰ ਕਤੇ ਨਾ ਭਇਓ ਦੁਰਾਈ। ਹਰ ਵਕਤ ਤੁਹਾਡੀ ਰੱਖਿਆ ਕਰੂਗਾ, ਮਨ ਨੂੰ ਤਗੜਾ ਕਰੂਗਾ, ਮਨ 'ਚ ਭਰੋਸਾ ਹੋਏਗਾ, ਮਨ ਬਲ ਵਾਲਾ ਹੋਏਗਾ। ਨਾਰਾਇਣ ਬੋਹਿਤ ਸੰਸਾਰ। ਪਰਮੇਸ਼ਰ ਦਾ ਨਾਮ ਜਗਤ ਸੰਸਾਰ ਸਮੁੰਦਰ ਤੋਂ ਵੀ ਪਾਰ ਕਰਨ ਲਈ ਜਹਾਜ਼ ਰੂਪ ਹੈ। ਨਾਰਾਇਣ ਕਹਿਤ ਜਮ ਭਾਗ ਪਲਾਇਣ। ਪਰਮੇਸ਼ਰ ਦਾ ਨਾਮ ਕਹਿੰਦੇ ਆ, ਜਪਦੇ ਆ, ਯਮਦੂਤ ਭਗੌੜਾ ਹੋ ਕੇ ਭੱਜ ਜਾਂਦਾ, ਭਾਵ ਦੂਰ ਚਲਿਆ ਜਾਂਦਾ ਹੈ। ਨਾਰਾਇਣ ਦੰਤ ਭਾਨੇ ਡਾਇਨ। ਪਰਮੇਸ਼ਰ ਦਾ ਨਾਮ ਪ੍ਰਤੱਖ ਡੈਣ ਦੇ, ਜਾਂ ਮਾਇਆ ਜਾਂ ਅਵਿਦਿਆ ਰੂਪੀ ਡੈਣ ਦੇ ਕਾਮ ਕ੍ਰੋਧ ਰੂਪੀ ਦੰਦ ਭੰਨ ਦਿੰਦਾ, ਤੋੜ ਦਿੰਦਾ ਹੈ। ਸੋ ਮਾਇਆ ਤੋਂ ਇੱਕ ਵਾਹਿਗੁਰੂ ਦਾ ਨਾਮ ਬਚਾਉਂਦਾ। ਪਰਮੇਸ਼ਰ ਦਾ ਸਰੂਪ ਸਤਿਗੁਰੂ ਨਾਨਕ ਦੇਵ ਜੀ ਨੇ ਮਾਇਆ ਰੂਪ ਇਸਤਰੀ ਦੇ ਦੰਦ ਭੰਨ ਦਿੱਤੇ, ਭਾਵ ਪ੍ਰਭਾਵ ਨਹੀਂ ਸੀ ਕਬੂਲਿਆ। ਨਾਰਾਇਣ ਸਦ ਸਦ ਬਖਸ਼ਿੰਦ। ਨਾਰਾਇਣ ਪਰਮੇਸ਼ਰ ਦਾ ਨਾਮ ਸਦਾ ਸਦਾ ਬਖਸ਼ਿਸ਼ਾਂ ਕਰਨ ਵਾਲਾ ਹੈ। ਅੱਜ ਤੱਕ ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਿਓ ਵੀ ਤੁਹਾਨੂੰ ਕੋਈ ਘਾਟਾ ਪਿਆ, ਕੋਈ ਘਾਟਾ ਨਹੀਂ ਪੈਂਦਾ, ਲਾਭ ਹੀ ਲਾਭ ਹੈ। ਤੇ ਮੈਂ ਸਿਨੇਮੇ ਘਰਾਂ 'ਚ ਵੀ ਜਾ ਕੇ ਦੇਖਿਆ, ਟੀਵੀ ਅੱਗੇ ਵੀ ਬੈਠ ਕੇ ਵੇਖਿਆ। ਉਦੋਂ ਤਾਂ ਬੰਦਾ ਸੋਚਦਾ ਵੀ ਪਤਾ ਨਹੀਂ ਮਨ ਖੁਸ਼ ਹੋ ਰਿਹਾ ਹੈ, ਪਰ 3 ਘੰਟਿਆਂ ਤੋਂ ਬਾਅਦ ਮਹਿਸੂਸ ਹੁੰਦਾ ਵੀ ਇਹ ਬਰਬਾਦ ਹੋ ਗਏ, ਖਤਮ ਹੋ ਗਏ। ਜੋ ਮਰਜ਼ੀ ਮਨੋਰੰਜਨ ਦਾ ਪ੍ਰੋਗਰਾਮ ਵੇਖੋ, ਭਾਵੇਂ ਬਾਹਰਲੀ ਸਟੇਜ ਨੂੰ ਵੀ ਵੇਖ ਲਓ, ਉਸ ਤੋਂ ਬਾਅਦ ਤੁਹਾਨੂੰ ਖਾਲੀ ਖਾਲੀ ਜਿਹਾ ਮਹਿਸੂਸ ਹੋਊਗਾ, ਜਿਸ ਤਰ੍ਹਾਂ ਕੁਛ ਗਵਾਚ ਗਿਆ ਹੋਵੇ। ਇਸ ਤਰ੍ਹਾਂ ਦੀਆਂ ਫੀਲਿੰਗਸ ਹੋਣਗੀਆਂ। ਗੁਰਦੁਆਰੇ ਬਹਿਣਾ ਤਾਂ ਔਖਾ ਹੈ, ਇੱਕ ਵਾਰੀ ਭੱਜ ਭੁੱਜ ਕੇ ਬੰਦਾ ਆ ਜਾਏ ਸਹੀ। ਜਹਾਜ਼ ਦੇ ਵਿੱਚ ਚੜ੍ਹ ਕੇ ਤੇ ਮੁੜ ਕੇ ਸੀਟ ਸੁੱਟ ਕੇ ਭਾਵੇਂ ਸੌਂ ਹੀ ਜਾਏ, ਉਹ ਮੰਜ਼ਿਲ ਤੇ ਪਹੁੰਚ ਹੀ ਜਾਂਦਾ ਹੈ, ਕਿਉਂਕਿ ਮਹਾਰਾਜ ਦਾ ਨਾਮ ਇਹੋ ਜਿਹਾ 7 ਸਮੁੰਦਰਾਂ ਪਾਰ ਲੈ ਜਾਂਦਾ।
ਇੰਜ ਸਿਰਫ ਆਉਣਾ ਹੀ ਔਖਾ ਹੈ, ਬਹਿਣਾ ਹੀ ਔਖਾ ਹੈ, ਪਰ ਇਸ ਤੋਂ ਬਾਅਦ ਜਿਹੜੀਆਂ ਫੀਲਿੰਗਸ ਤੁਹਾਨੂੰ ਹੋਣਗੀਆਂ ਪਤਿਆ ਕੇ ਵੇਖ ਲਿਓ। ਜਦੋਂ ਨਿਤਿਮ ਟੁੱਟਦਾ ਉਦੋਂ ਜ਼ਿਆਦਾ ਮਹਿਸੂਸ ਹੋਊਗਾ ਵੀ ਉਹ ਦਿਨ ਚੰਗੇ ਸੀਗੇ। ਹੁਣ ਨਹੀਂ ਪਤਾ ਲੱਗਦਾ। ਜਿਹੜਾ ਸੰਗਤ ਦਾ ਸਮਾਂ ਹੈ ਇਹ ਲਾਭਦਾਇਕ ਹੈ, ਤੁਹਾਡਾ ਆਪਣਾ ਹੀ ਮਨ ਮਹਿਸੂਸ ਕਰੂਗਾ, ਕਹਿਣ ਦੀ ਨਹੀਂ ਕੋਈ ਗੱਲ। ਇਸ ਲਈ ਮਹਾਰਾਜ ਬਖਸ਼ਿਸ਼ਾਂ ਹੀ ਕਰਦਾ, ਕੋਈ ਘਾਟਾ ਨਹੀਂ ਪੈਂਦਾ ਹੈ। ਗੁਰਮੁਖ ਲਾਹਾ ਲੈ ਗਏ, ਇੱਥੋਂ ਲਾਭ ਲੈ ਕੇ ਜਾਈਦਾ। ਅਤੇ ਸਿਨੇਮੇ ਘਰਾਂ 'ਚ ਇੱਕ ਤਾਂ ਧੱਕੇ ਖਾਈਦੇ। ਮੈਂ ਇੱਕ ਵਾਰੀ ਡੰਡੇ ਖਾਧੇ, ਕਿੱਥੇ ਸਰਹੰਦ, ਉਹ ਭੁਲੇਖੇ 'ਚ ਪੈ ਗਏ, ਪਤਾ ਨਹੀਂ ਸਾਹਿਬਜ਼ਾਦਿਆਂ ਦਾ ਨਾਟਕ ਹੈ। ਉਹ ਪੁਲਿਸੀਆਂ ਨੇ ਚੰਗੀ ਪਰੇਡ ਕੀਤੀ, ਬੜੀ ਮੁਸ਼ਕਿਲ ਭੱਜ ਭੁੱਜ ਕੇ ਉੱਥੇ ਗਏ, ਅਤੇ ਅੱਗੇ ਕੀ ਵੇਖਿਆ, ਸਾਹਿਬਜ਼ਾਦਿਆਂ ਦਾ ਨਾਮ ਹੀ ਨਹੀਂ। ਸੋ ਨਾਟਕ ਸਾਹਿਬਜ਼ਾਦਿਆਂ ਦਾ ਅਤੇ ਉਹ ਨੱਚੇ ਕੋਈ ਹੋਰ ਹੀ। ਮੈਂ ਕਿਹਾ ਵੀ ਇਹ ਤਾਂ ਕੰਮ ਖਰਾਬ ਹੈ। ਨਾਲੇ ਤਨਖਾਹ ਲਵਾਈ, ਕਿੰਨਾ ਨੁਕਸਾਨ ਹੋਇਆ, ਅਤੇ ਨਾਲੇ ਤਾਂ ਪੈਸੇ ਬਰਬਾਦ ਕਰੋ, ਨਾਲੇ ਧੱਕੇ ਖਾਓ, ਅਤੇ ਇਸ ਵਾਸਤੇ ਨਾਲੇ ਸਮਾਂ ਬਰਬਾਦ। ਮਹਾਰਾਜ ਕਹਿੰਦੇ ਨੇ ਵੀ ਇਹ ਘਰ ਇਹੋ ਜਿਹਾ ਜਿੱਥੇ ਤੁਹਾਨੂੰ ਘਾਟਾ ਨਹੀਂ ਪੈਂਦਾ, ਨਾ ਤਾਂ ਪੈਸਾ, ਨਾ ਸਮਾਂ, ਨਾ ਤੁਹਾਡੀ ਮਾਨਸਿਕ ਸਥਿਤੀ ਨੂੰ ਘਾਟਾ ਪੈਂਦਾ। ਇੱਥੇ ਲਾਭ ਹੀ ਲਾਭ ਹੈ। ਜਿਹਦਾ ਕੁਛ ਵੀ ਕੋਈ ਨੁਕਸਾਨ ਹੋਇਆ ਜਾਂ ਕੋਈ, ਇਹ ਪ੍ਰਸਾਦ ਦਾ ਅਰਥ ਹੈ ਆਨੰਦ। ਸਾਰੇ ਸਵਾਦਾਂ ਤੋਂ ਪਰੇ ਸੁੱਖ ਤੇ ਆਨੰਦ ਮਾਨਣਾ ਕੀਤੇ ਨੇ ਲੋਕ ਤੇ ਪਰਲੋਕ ਦੇ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਸਿਮਰਿਆ। ਨਾਰਾਇਣ ਪ੍ਰਗਟ ਕੀਨੋ ਪ੍ਰਤਾਪ, ਪਰਮੇਸ਼ਰ ਦਾ ਨਾਮ ਸਿਮਰਨ ਵਾਲੇ ਭਗਤ ਜਨਾਂ ਦਾ ਪ੍ਰਤਾਪ ਪਰਮੇਸ਼ਰ ਨੇ ਸਾਰੀ ਦੁਨੀਆ ਅੰਦਰ ਪ੍ਰਗਟ ਕਰ ਦਿੱਤਾ ਹੈ। ਨਾਰਾਇਣ ਸੰਤ ਕੁਮਾਈ ਬਾਪ, ਪਰਮੇਸ਼ਰ ਹੀ ਸੰਤਾਂ ਮਹਾਤਮਾ ਦਾ ਮਾਈ ਬਾਪ ਹੈ, ਮਾਂ ਪਿਓ ਦੀ ਤਰ੍ਹਾਂ ਰੱਖਿਆ ਕਰਨ ਵਾਲਾ। ਨਾਰਾਇਣ ਸਾਧ ਸੰਗ ਨਾਰਾਇਣ, ਪਰਮੇਸ਼ਰ ਸੰਗਤ 'ਚ ਰਹਿੰਦਾ ਹੈ ਤੇ ਸੰਗਤ 'ਚ ਹਰ ਵਕਤ ਪਰਮੇਸ਼ਰ ਦੇ ਸਿਮਰਨ ਦੇ ਵਿੱਚ ਸਾਧ ਸੰਗਤ ਰਹਿੰਦੀ ਹੈ। ਬਾਰੰਬਾਰ ਨਾਰਾਇਣ ਗਾਇਣ, ਸੰਗਤ 'ਚ ਮੁੜ ਮੁੜ ਪਰਮੇਸ਼ਰ ਦਾ ਜਸ ਹੀ ਗਾਇਨ ਹੁੰਦਾ ਹੈ। ਬਾਸਤੇ ਗੋਚਰ ਗੁਰ ਮਿਲ ਲਾਹੀ, ਜੋ ਇੰਦਰੀਆਂ ਦੇ ਅਵਿਸ਼ੇ ਆਤਮ ਵਸਤੂ ਸਤਿਗੁਰਾਂ ਦੇ ਨਾਲ ਮਿਲਾਪ ਕਰਕੇ ਪ੍ਰਾਪਤ ਕੀਤੀ ਹੈ। ਨਾਰਾਇਣ ਓਟ ਨਾਨਕ ਦਾਸ ਗਹੀ, ਸਤਿਗੁਰੂ ਮਹਾਰਾਜ ਦਾਸਾ ਭਾਵ ਧਾਰ ਕੇ ਕਥਨ ਕਰਦੇ, ਇਸੇ ਕਰਕੇ ਅਸੀਂ ਪਰਮੇਸ਼ਰ ਦੇ ਨਾਮ ਦੀ ਓਟ ਗ੍ਰਹਿਣ ਕੀਤੀ, ਪਕੜੀ ਹੈ। ਜੇ ਸੇਵਕ ਨੇ ਪਰਮੇਸ਼ਰ ਦੇ ਚਰਨਾਂ ਦੀ ਓਟ ਪਕੜੀ, ਉਹਨੂੰ ਰੱਬ ਦੀ ਪ੍ਰਾਪਤੀ ਹੋਈ ਹੈ। ਇਹ ਨਾਰਾਇਣ ਅਸਤੋਤਰ ਹੈ। ਪਹਿਲਾਂ ਪਰਸੋਂ ਰਾਮ ਅਸਤੋਤਰ ਦੀ ਕਥਾ ਹੋਈ, ਫਿਰ ਗੁਰ ਅਸਤੋਤਰ ਦੀ ਹੋਈ। ਸੋ ਇੰਜ ਸਭ ਹੀ ਵਾਹਿਗੁਰੂ ਦਾ ਵਾਚਕ ਨੇ। ਭੁੱਲਾਂ ਚੁੱਕਾ ਖਿਮਾ ਕਰਨੀ ਹੈ ਜੀ। ਅੱਗੇ ਤੋਂ ਸਮਤ ਬਖਸ਼ਣੀ। ਬਾਸਤੇ ਗੋਚਰ ਗੁਰ ਮਿਲ ਲਾਹੀ, ਨਾਰਾਇਣ ਓਟ ਨਾਨਕ ਦਾਸ ਗਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।